ਗੁਰੂ ਵਾਹਿਗੁਰੂ 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 ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਬਹੁਤ ਜਨਮ बिछरे थे माधो, बहुत जन्म बिछरे थे माधो, यह जन्म तुम्हारे लेखे, यह जन्म तुम्हारे लेखे, यह जन्म तुम्हारे लेखे। सगल दवार को छाड़ के गहियो तुहारो द्वार, बाहें गहे की लाज अस गोविंद दास तुहार, बाहे गहे की लाज अस गोविंद दास तुहार। हुन कद मिलिए प्रै तुद भगवंता, एक घड़ी न मिलते ता कल जुग होता, एक घड़ी न मिलते ता कल जुग होता, एक घड़ी न मिलते ता कल जुग होता, एक घड़ी न मिलते ता कल जुग होता। हुन कद मिलिए प्रै तुद भगवंता, हुन कद मिलिए
ਰਹਿ ਤੁਧ ਭਗਵੰਤਾ ਇੱਕ ਘੜੀ ਨਾ ਮਿਲਤੇ ਤਾ ਕਲ ਜੁਗ ਹੋਤਾ ਇੱਕ ਘੜੀ ਨਾ ਮਿਲਤੇ ਤਾ ਕਲ ਜੁਗ ਹੋਤਾ ਹੁਣ ਕਦ ਮਿਲੀਐ ਪ੍ਰੇਮ ਤੁਧ ਭਗਵੰਤਾ ਹੁਣ ਕਦ ਮਿਲੀਐ ਪ੍ਰੇਮ ਤੁਧ ਭਗਵੰਤਾ ਇੱਕ ਘੜੀ ਨਾ ਮਿਲਤੇ ਤਾ ਕਲ ਜੁਗ ਹੋਤਾ ਇੱਕ ਘੜੀ ਨਾ ਮਿਲਤੇ ਤਾ ਕਲ ਜੁਗ ਹੋਤਾ ਤਾ ਕਲ ਜੁਗ ਹੋਤਾ ਤਾ ਕਲ ਜੁਗ ਹੋਤਾ ਇੱਕ ਘੜੀ ਨਾ ਮਿਲਤੇ ਤਾ ਕਲ ਜੁਗ ਹੋਤਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਵ ਕਰੇ ਚਾਤ੍ਰਿਕ ਕੀ ਨਿਆਈ ਚਾਤ੍ਰਿਕ ਕੀ ਨਿਆਈ ਤਿਖਾ ਨਾ ਉਤਰੈ ਸ਼ਾਤ ਨਾ ਆਵੇ ਤਿਖਾ ਨਾ ਉਤਰੈ ਸ਼ਾਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਬਿਨ ਦਰਸ਼ਨ ਸੰਤ ਪਿਆਰੇ ਜੀਓ ਇੱਕ ਘੜੀ ਨਾ ਮਿਲਤੇ ਤਾ ਕਲ ਜੁਗ ਹੋਤਾ ਇੱਕ ਘੜੀ ਨਾ ਮਿਲਤੇ ਤਾ ਕਲ ਜੁਗ ਹੋਤਾ ਹੁਣ ਕਦ ਹੁਣ ਕਦ ਹੁਣ ਕਦ ਮਿਲੀਐ ਪ੍ਰੇਮ ਤੁਧ ਭਗਵੰਤਾ ਹੁਣ ਕਦ ਮਿਲੀਐ ਪ੍ਰੇਮ ਤੁਧ ਭਗਵੰਤਾ ਇੱਕ ਘੜੀ ਨਾ ਮਿਲਤੇ ਤਾ ਕਲ ਜੁਗ ਹੋਤਾ ਇੱਕ ਘੜੀ ਨਾ ਮਿਲਤੇ ਤਾ ਕਲ ਜੁਗ ਹੋਤਾ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਾ ਕਲ ਜੁਗ ਹੋਤਾ ਤਾ ਕਲ ਜੁਗ ਹੋਤਾ ਹੋ ਕੋਲੀ ਜੀਓ ਕੋਲ ਤੁਮਾਈ ਹੋ ਕੋਲੀ ਜੀਓ ਕੋਲ ਤੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਗੁਰ ਦਰਸ਼ਨ ਸੰਤ ਪਿਆਰੇ ਜੀਓ ਗੁਰ ਦਰਸ਼ਨ ਸੰਤ ਪਿਆਰੇ ਜੀਓ ਇੱਕ ਘੜੀ ਨਾ ਮਿਲ ਕੇ ਤਾਂ ਕਲ ਜੁਗ ਹੋਤਾ ਇੱਕ ਘੜੀ ਨਾ ਮਿਲ ਕੇ ਤਾਂ ਕਲ ਜੁਗ ਹੋਤਾ ਹੁਣ ਕਦ ਹੁਣ ਕਦ ਹੁਣ ਕਦ ਹੁਣ ਕਦ ਹੁਣ ਕਦ ਮਿਲੀਐ ਪ੍ਰੇਮ ਤੁਧ ਭਗਵੰਤਾ ਹੁਣ ਕਦ ਮਿਲੀਐ ਪ੍ਰੇਮ ਤੁਧ ਭਗਵੰਤਾ ਇੱਕ ਘੜੀ ਨਾ ਮਿਲ ਕੇ ਤਾਂ ਕਲ ਜੁਗ ਹੋਤਾ ਇੱਕ ਘੜੀ ਨਾ ਮਿਲ ਕੇ ਤਾਂ ਕਲ ਜੁਗ ਹੋਤਾ ਤੇਰਾ ਮੁਖ ਸਹਾਵਾ ਜੀਓ ਸਹਿਜ ਧੁਨ ਬਾਣੀ ਤੇਰਾ ਮੁਖ ਸਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਆ ਦੇਖੈ ਸਾਰੰਗ ਬਾਣੀ ਚਿਰ ਹੋਆ ਦੇਖੈ ਸਾਰੰਗ ਬਾਣੀ ਧੰਨ ਸੁਦੇਸ਼ ਜਹਾਂ ਤੋਂ ਵਸਿਆ ਧੰਨ ਸੁਦੇਸ਼ ਜਹਾਂ ਤੋਂ ਵਸਿਆ ਮੇਰੇ ਸਜਨ ਮੀਤ ਮੁਰਾਰੇ ਜੀਓ ਮੇਰੇ ਸਜਨ ਮੀਤ ਮੁਰਾਰੇ ਜੀਓ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧਨ ਸੁਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਜੀਓ ਕੋਲ ਕੁਮਾਈ ਹਉ ਕੋਲੀ ਹਉ ਕੋਲੀ ਜਿਉ ਕੋਲ ਕੁਮਾਰ ਗੁਰ ਸੱਜਣ ਮੀਤ ਮੁਰਾਰੇ ਜੀਓ ਮੋਹਿ ਰੈਨ ਨਾ ਵਿਹਾਵੇ ਮੋਹਿ ਰੈਨ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਬਿਨ ਦੇਖੇ ਬਿਨ ਦੇਖੇ ਗੁਰ ਦਰਬਾਰੇ ਜੀਓ ਬਿਨ ਦੇਖੇ ਬਿਨ ਦੇਖੇ ਗੁਰ ਦਰਬਾਰੇ ਜੀਓ ਹਉ ਕੋਲੀ ਜੀਓ ਕੋਲ ਕੁਮਾਈ ਤਿਸ ਸੱਚੇ ਗੁਰ ਦਰਬਾਰੇ ਜੀਓ ਭਾਗ ਹੋਆ ਗੁਰ ਸੰਤ ਮਿਲਾਇਆ
ਪ੍ਰਭ ਅਬਿਨਾਸੀ। ਘਰ ਮਹਿ ਪਾਇਆ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ। ਘਰ ਮਹਿ ਪਾਇਆ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ। ਘਰ ਮਹਿ ਪਾਇਆ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ। ਘਰ ਮਹਿ ਸੇਵ ਕਰੀ ਪਲ ਚਸਾਨਾ ਵਿਛੜਾ। ਸੇਵ ਕਰੀ ਪਲ ਚਸਾਨਾ ਵਿਛੜਾ। ਜਨ ਨਾਨਕ ਦਾਸ ਤੁਮਹਾਰੇ ਜੀਓ। ਜਨ ਨਾਨਕ ਦਾਸ ਤੁਮਹਾਰੇ ਜੀਓ। ਭਾਗ ਹੋਆ ਗੁਰ ਸੰਤ ਮਿਲਾਇਆ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ। ਘਰ ਮਹਿ ਪਾਇਆ ਪ੍ਰਭ ਅਬਿਨਾਸੀ। ਘਰ ਮਹਿ ਪਾਇਆ ਸੇਵ ਕਰੀ ਪਲ ਜਸਾਨਾ ਵਿਛੜਾ। ਸੇਵ ਕਰੀ ਪਲ ਜਸਾਨਾ ਵਿਛੜਾ। ਜਨ ਨਾਨਕ ਦਾਸ ਤੁਮਹਾਰੇ ਜੀਓ। ਜਨ ਨਾਨਕ ਦਾਸ ਤੁਮਹਾਰੇ ਜੀਓ। ਜਨ ਨਾਨਕ ਦਾਸ ਤੁਮਹਾਰੇ ਜੀਓ। ਹਾਂ ਕੋਲੀ ਜੀਓ ਕੋਲ ਕੁਮਾਈ। ਹਾਂ ਕੋਲੀ ਜੀਓ ਕੋਲ ਕੁਮਾਈ। ਜਨ ਨਾਨਕ ਦਾਸ ਤੁਮਹਾਰੇ ਜੀਓ। ਜਨ ਨਾਨਕ ਦਾਸ ਤੁਮਹਾਰੇ ਜੀਓ। ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ। ਘਰ ਮਹਿ ਪਾਇਆ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ। ਘਰ ਮਹਿ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ। ਘਰ ਮਹਿ ਪਾਇਆ ਵਾਹਿਗੁਰੂ 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 ਵਾਹਿਗੁਰੂ। एक घड़ी न मिलते वाहिगुरु वाहिगुरु वाहिगुरु। एक घड़ी न मिलते ता कल युग होता वाहिगुरु 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 वाहिगुरु।
ਵਾਹਿਗੁਰੂ 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 ਜਪੋ ਵਾਹਿਗੁਰੂ 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 ਨਾ ਸਕਾਂ ਬਿਨ ਦੇਖੇ ਪ੍ਰੀਤਮਾ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਚੱਲ ਜਿਓ ਮੈਂ ਨੀਰ ਵਹਿ ਚੱਲ ਜਿਓ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਵਾਹਿਗੁਰੂ 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 ਮਾਈ ਮੇਰੇ मन की प्यास माई मेरे माई मेरे मन की प्यास एक खिन रहना सको बिन प्रीतम दर्शन देखन को तारी मन आस वाहिगुरू 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 हुन कद मिलिए प्रिय तुद भगवंता हुन कद मिलिए प्रिय तुद भगवंता एक घड़ी न मिलती ता कल जुग होता एक घड़ी न मिलके ता कल जुग होता हुन कद हुन कद हुन कद हुन कद हुन कद मिलिए प्रिय तुद भगवंता
ਹੁਣ ਕਦ ਮਿਲੀਐ ਪ੍ਰਿਆ ਤੁਧ ਭਗਵੰਤਾ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਤਾਂ ਕਲ ਜੁਗ ਹੋਤਾ ਤਾਂ ਕਲ ਜੁਗ ਹੋਤਾ। ਸੋ ਗੁਰੂ ਸਾਧ ਸੰਗਤ ਜੀਓ, ਇੰਨੀ ਹਾਜ਼ਰੀ ਪ੍ਰਵਾਨ ਕਰ ਲੈਂਦੇ, ਕੀਰਤਨ ਕਰਦੇ ਹਾਂ, ਬਹੁਤ ਹੀ ਭੁੱਲਾਂ ਚੁੱਕਾਂ ਤਰੁੱਟੀਆਂ ਰਹਿ ਜਾਂਦੀਆਂ ਨੇ। ਆਪ ਸਰਬੱਤ ਸੰਗਤ ਦੇ ਧੰਨ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗਨ ਬਖਸ਼ ਦੇਣਾ। ਆਓ ਕੀਰਤਨ ਦਾ ਜੋ ਮਕਸਦ ਸਾਡੇ ਵਿਚਾਰਾਂ ਦੇ ਵਿੱਚ, ਸੈਂਸਿਆਂ ਦੇ ਵਿੱਚ, ਫਿਕਰਾਂ ਦੇ ਵਿੱਚ ਪਏ ਹੋਏ ਮਨ ਨੂੰ ਇੱਕ ਜਗ੍ਹਾ ਇਕੱਤਰ ਕਰਨਾ। ਜਦੋਂ ਸਾਡਾ ਇਹ ਭੱਜਦਾ ਹੋਇਆ ਮਨ ਇੱਕ ਜਗ੍ਹਾ ਟਿਕ ਜਾਂਦਾ, ਭਾਵ ਕਿ ਸਰੀਰ ਦੇ ਵਿੱਚ ਜਦੋਂ ਮਨ ਆ ਜਾਂਦਾ, ਕਿਉਂਕਿ ਸਰੀਰ ਦੇ ਵਿੱਚ ਮਨ ਰਹਿੰਦਾ ਨਹੀਂ, ਮਨ ਭੱਜਿਆ ਫਿਰਦਾ। ਜਦੋਂ ਇਹ ਮਨ ਸਰੀਰ ਦੇ ਵਿੱਚ ਆ ਜਾਂਦਾ, ਕੀਰਤਨ ਦੁਆਰਾ ਬੰਨਿਆ ਜਾਂਦਾ, ਫਿਰ ਲੋੜ ਹੈ ਇਸ ਮਨ ਨੂੰ ਇਹਦੀ ਕਹਾਣੀ ਸੁਣਾਉਣ ਦੀ, ਮਨ ਦੀ ਕਹਾਣੀ ਵੀ ਇਹ ਕੌਣ ਆ, ਕਿੱਥੋਂ ਆਇਆ, ਕੀ ਕਰਨ ਆਇਆ। ਤੇ ਅਸੀਂ ਬੜੇ ਭਾਗੀ ਹਾਂ ਵੀ ਸਾਡੇ ਕੋਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿੱਥੋਂ ਨਹੀਂ ਪਤਾ ਲੱਗਦਾ ਅਸੀਂ ਪੁੱਛ ਸਕਦੇ ਹਾਂ। ਇਹ ਬਹੁਤ ਸਾਡੇ ਕਰਮ ਚੰਗੇ ਨੇ ਜੋ ਸਾਨੂੰ ਪੂਰਾ ਸਤਿਗੁਰੂ, ਪੂਰਾ ਗੁਰੂ ਮਿਲਿਆ। ਆਓ ਹੁਣ ਸਮਾਂ ਗੁਰਬਾਣੀ ਦੀ ਵਿਚਾਰ ਦਾ। ਗੁਰਮੁਖ ਸਾਨੂੰ ਦੱਸਣਗੇ ਵੀ ਕਿੰਝ ਆਪਾਂ ਸਿਮਰਨ ਕਰਨਾ, ਕੀ ਤਰੀਕਾ ਆ, ਕਿਵੇਂ ਇਹ ਮਨ ਜਨਮ ਮਰਨ ਦੇ ਗੇੜ ਤੋਂ ਬਚ ਸਕਦਾ। ਇਹ ਤਰੀਕਾ ਗੁਰਮੁਖ ਆਪਾਂ ਨੂੰ ਸਮਝਾਉਣਗੇ ਤੇ ਆਪਾਂ ਬਹੁਤ ਹੀ ਪਿਆਰ ਦੇ ਨਾਲ, ਧਿਆਨ ਦੇ ਨਾਲ ਇੱਕ ਇੱਕ ਗੱਲ ਆਪਾਂ ਧਿਆਨ ਦੇ ਨਾਲ ਸੁਣਨੀ ਆ। ਜੇਕਰ ਨਹੀਂ ਜਪਾਂਗੇ ਤਾਂ ਫਿਰ ਆਉਣ ਵਾਲਾ ਸਮਾਂ ਕਿੱਦਾਂ ਦਾ ਹੋਵੇਗਾ, ਆਉਣ ਵਾਲਾ ਜੋ ਸਮਾਂ ਆ ਕਿੱਦਾਂ ਦਾ ਹੋਵੇਗਾ ਜੇ ਆਪਾਂ ਨਾਮ ਨਾ ਜਪਾਂਗੇ। ਇਹ ਗੁਰਬਾਣੀ ਵਿੱਚ ਦੱਸਿਆ ਤੇ ਗੁਰਮੁਖ ਸਾਨੂੰ ਸਾਰਾ ਸਮਝਾਉਣਗੇ। ਆਓ ਜਿੰਨਾ ਸਮਾਂ ਗੁਰਮੁਖ ਸਟੇਜ ਤੇ ਆ ਕੇ ਸਜਦੇ ਨੇ, ਆਪਾਂ ਸਾਰੇ ਨੇਤਰਾਂ ਨੂੰ, ਅੱਖਾਂ ਨੂੰ ਬੰਦ ਕਰੀਏ, ਗੁਰਮੰਤਰ ਵਾਹਿਗੁਰੂ ਸ਼ਬਦ ਦੇ ਨਾਲ ਜੁੜੀਏ। ਸਾਰੇ ਕਰੋ ਜੀ ਸ਼ੁਰੂ। ਵਾਹਿਗੁਰੂ ਵਾਹਿਗੁਰੂ ਮਾਰ ਕੰਡੇ ਤੇ ਕੋਦ ਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ। हमरो करता राम स्नेही, काहे रे नर गर्भ करत हो। बिन सजाए झूठी दही रहा, मेरी मेरी कैरों करते दरजोदन से पाई। 12 जोजन छत्र चले था, देही गिरजन खाई।
सर्व सोइन की लंका होती, रावण से अधकाई। कहा प्यो दर बांधे हाथी, खिन में पेई पराई। दुर्वासा स्यों करत ठगोरी, जादवे फल पाए। कृपा करे जन अपने ऊपर, नाम देव हर गुण गाए। दुर्वासा स्यों करत ठगोरी, जादवे फल पाए। कृपा करी जन अपने ऊपर, नाम देव हर गुण गाए। जुग जुग टल चवर तखत ते मालक, धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖਾਂ ਪਾਸੋਂ ਅਸੀਂ ਕੀਰਤਨ ਸਰਵਣ ਕਰ ਰਹੇ ਸੀ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਕਿ ਸਾਡਾ ਮਨ ਉਹਦਾ ਵਿਛੋੜਾ ਪੈ ਚੁੱਕਾ ਹੈ ਪ੍ਰਮਾਤਮਾ ਨਾਲੋਂ, ਤੇ ਜਦੋਂ ਉਸ ਮਾਲਕ ਦੇ ਨਾਲ ਸਾਡੀ ਭੇਟ ਨਹੀਂ ਹੁੰਦੀ, ਮਿਲਾਪ ਨਹੀਂ ਹੁੰਦਾ, ਇਹ ਸਮਾਂ ਹੈ ਕਲ ਯੁਗ। ਇਸ ਮਨ ਨੇ ਜਿਹੜੇ ਗੁਰਮੁਖ ਜਾਣਦੇ, ਜਿਹੜੇ ਗੁਰਮੁਖ ਜਾਣਦੇ, ਜਿਨ੍ਹਾਂ ਦਾ ਮਿਲਾਪ ਹੁੰਦਾ ਆ, ਉਹਨਾਂ ਤੇ ਕਲਯੁਗ ਦਾ ਪ੍ਰਭਾਵ ਨਹੀਂ, ਉਹਨਾਂ ਲਈ ਤਾਂ ਹਮੇਸ਼ਾ ਹੀ ਸਤਿਯੁਗ ਹੈ। ਉਹਨਾਂ ਦਾ ਮਨ ਹਮੇਸ਼ਾ ਹੀ ਪਰਮਹੰਸ ਹੋ ਕੇ ਆਨੰਦ ਮਾਣਦਾ ਹੈ ਆਪਣੇ ਸੱਚੇ ਮਹਿਲ ਦੇ ਵਿੱਚ। ਗੁਰਮੁਖਾਂ ਦੀ ਅਵਸਥਾ ਇਹ ਹੁੰਦੀ ਆ, ਜਿਨ੍ਹਾਂ ਨੇ ਮਿਲਾਪ ਕੀਤਾ ਕਿ ਸੱਚੇ ਮਹਿਲ ਨਿਵਾਸ ਨਿਰੰਤਰ, ਆਵਣ ਜਾਣ ਚੁਕਾਇਆ, ਨਾ ਮਨ ਚੱਲੇ ਨਾ ਪਾਉਣ ਉਡਾਏ। ਸੱਚੇ ਮਹਿਲ ਦੇ ਵਿੱਚ ਜਹਾਂ ਪ੍ਰਕਾਸ਼ ਹੈ, ਜਿੱਥੇ ਹਰ ਵਕਤ ਦਿਨ ਚੜ੍ਹਿਆ ਆ, ਉੱਥੇ ਨਿਵਾਸ ਕਰਦੇ ਨੇ ਗੁਰਮੁਖ। ਉਹਨਾਂ ਲਈ ਹਮੇਸ਼ਾ ਹੀ ਅੰਦਰ ਸਤਿਯੁਗ ਚੱਲ ਰਿਹਾ ਹੈ। ਜਿਹੜੇ ਮਨ ਵਿਛੋੜਾ ਪਾ ਚੁੱਕੇ ਆ ਪ੍ਰਮਾਤਮਾ ਨਾਲੋਂ, ਜਿਨ੍ਹਾਂ ਦਾ ਮਨ ਵਿਛੜ ਚੁੱਕਾ ਹੈ ਪ੍ਰਮਾਤਮਾ ਨਾਲੋਂ, ਉਹਨਾਂ ਤੇ ਕਲਯੁਗ ਦਾ ਪ੍ਰਭਾਵ ਆ। ਇਹ ਚਾਰ ਯੁੱਗਾਂ ਦੀ ਚੌਂਕੜੀ ਆ, ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। So just to explain in English, as there's very young people here as well that only speak English, there's 4 ages that are counted in Gurbani, starting from Satyug, which is the golden age. Then there's Treta, Dwapar, and Kalyug. Satyug, once again, is the golden age. Treta is mentioned as being the silver age. Then Dwapar is known as the brass age, and Kalyug is known as the iron age. Kalyug ਦੀ ਜਿਹੜੀ ਡੈਫੀਨੇਸ਼ਨ ਆ, ਆਇਰਨ ਏਜ ਕਹਿ ਦਿੰਦੇ ਇੰਗਲਿਸ਼ ਦੇ ਵਿੱਚ, ਇਸ ਨੂੰ ਆਪਣੀ ਭਾਸ਼ਾ ਦੇ ਵਿੱਚ ਅਸੀਂ ਕਲਾ ਦਾ ਯੁੱਗ ਵੀ ਕਹਿੰਦੇ ਆ। ਇਸ ਦੇ ਵਿੱਚ ਕਾਲ ਦਾ ਪ੍ਰਭਾਵ ਹੋਣ ਕਾਰਨ ਕਰਕੇ ਕਈ ਵਾਰੀ ਇਸ ਨੂੰ ਡਾਰਕ ਏਜ ਵੀ ਕਹਿ ਦਿੱਤਾ ਜਾਂਦਾ, ਕਿ ਇੱਥੇ ਬਿਲਕੁਲ ਹਨੇਰਾ ਆ। ਮਨ ਜਿਹੜਾ ਆ ਅਗਿਆਨਤਾ ਦੇ ਵਸ ਆ ਚੁੱਕਾ ਪੂਰੀ ਤਰ੍ਹਾਂ। ਗੁਰੂ ਸਾਹਿਬ ਸਮਝਾਉਂਦੇ ਨੇ ਕਿ ਜਿਉਂ-ਜਿਉਂ ਸਮਾਂ ਚੱਲਦਾ ਗਿਆ, ਸਤਯੁਗ ਤੋਂ ਲੈ ਕੇ ਹੁਣ ਤਾਈਂ, ਸਾਡਾ ਜਿਹੜਾ ਮਨ ਆ ਇਹ ਪਰਮਾਤਮਾ ਤੋਂ ਵਿਛੜਿਆ ਰਿਹਾ, ਤੇ ਇਸ ਮਨ ਦੇ ਵਿੱਚ ਗਿਰਾਵਟ ਆਈ। ਮਹਾਰਾਜ ਫਰਮਾਉਂਦੇ ਨੇ ਗੁਰਬਾਣੀ ਵਿੱਚ, ਕਲ ਮੈਂ ਪ੍ਰੇਤ ਜਿਨੇ ਰਾਮ ਨਾ ਪਛਾਤਾ, ਸਤਯੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤਾ ਮਾਨਸ ਵਰਤੈ, ਵਿਰਲੇ ਹੋਮੈ ਮਾਰੀ। In Satyug, our mind was known as the supreme swan. It was very pure. But as time went on, we did not return back to our mool, our root, our origin, being God, Vaheguru. And the mind started to develop ego within.
And it came down from that status of a supreme swan down to Manuk, just a regular old human. And this is talking about the mind. The mind is subtle. The mind isn't physical. The mind is actually Prakash Roop, the form of light. ਜਿਉਂ-ਜਿਉਂ ਸਮਾਂ ਚੱਲਦਾ ਗਿਆ ਸਾਡਾ ਜਿਹੜਾ ਮਨ ਪਰਮਹੰਸ ਸੀ ਸਤਜੁਗ ਦੇ ਵਿੱਚ ਇਹਦੇ ਵਿੱਚ ਹਉਮੈ ਆ ਗਈ ਤੇ ਇਹਨੂੰ ਸਿਰਫ ਇੱਕ ਮਾਨਸ ਗਿਣਿਆ ਜਾਂਦਾ ਹੈ ਜਦੋਂ ਇਹਦੇ ਵਿੱਚ ਹਉਮੈ ਆ ਜਾਂਦੀ ਹੈ ਤੇ ਦੁਆਪਰ ਤੇ ਤ੍ਰੇਤੇ ਦੇ ਵਿੱਚ ਪਰ ਸਮਾਂ ਹੋਰ ਵੀ ਚੱਲਦਾ ਗਿਆ ਤੇ ਅਸੀਂ ਵਾਪਸ ਮੁੜੇ ਨਹੀਂ ਫਿਰ ਇਸੇ ਮਨ ਨੂੰ ਮਾਨਸ ਤੋਂ ਪ੍ਰੇਤ ਆਖਣ ਲੱਗੇ ਕਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ from that status of just a regular old human, a human's mind, this mind is now in the dark age considered a ghost, a pret. And this mind of ours, it's stuck within this body as if it's within a jail cell, a pinjara, or you know how we see pets that are caged up, or a bird that's caged up. That's how our mind is caged up within this body. And within this body, this mind receives pain. Pret pinjar mein dukh kanere. And all that pain comes of the overindulgence that we have within this Maya. ਇਹ ਜਿਹੜਾ ਸਾਡਾ ਮਨ ਆ ਇਹ ਹੁਣ ਪ੍ਰੇਤ ਦੀ ਨਿਆਏ ਹੋ ਗਿਆ ਤੇ ਪ੍ਰੇਤ ਦੀ ਨਿਆਏ ਹੋ ਕੇ ਇਹ ਹੁਣ ਇਸ ਸਰੀਰ ਰੂਪੀ ਪਿੰਜਰੇ ਦੇ ਵਿੱਚ ਦੁੱਖ ਪਾਉਂਦਾ ਹੈ ਮਾਇਆ ਦੇ ਦੇਸ਼ ਦੇ ਵਿੱਚ ਆ ਕੇ ਪ੍ਰੇਤ ਪਿੰਜਰ ਮੇਂ ਦੁੱਖ ਕਨੇਰੇ ਗੁਰਬਾਣੀ ਦੇ ਵਿੱਚ ਸਾਨੂੰ ਭਗਤਾਂ ਨੇ ਗੁਰੂ ਸਾਹਿਬਾਨਾਂ ਨੇ ਸਮਝਾਇਆ ਆ ਕਿ ਜਿਉਂ-ਜਿਉਂ ਸਮਾਂ ਇਦਾਂ ਚੱਲਦਾ ਜਾ ਰਿਹਾ ਆ ਮਨ ਵਿੱਚ ਗਿਰਾਵਟ ਆਉਂਦੀ ਆ ਤੇ ਮਨ ਵਿੱਚ ਗਿਰਾਵਟ ਹੋਣ ਕਾਰਨ ਕਰਕੇ ਸਮਾਜ ਦੇ ਵਿੱਚ ਵੀ ਗਿਰਾਵਟ ਆਉਂਦੀ ਹੈ the mind its condition deteriorates the more we spend time within Maya away from the Lord and as the mind goes downhill so does the entire society in Gurbani Kal Yuga and what happens within Kal Yuga is mentioned very clearly by the Bhagats and by Guru Sahibam. Kal Yuga ਦੇ ਲੱਛਣ ਸਾਨੂੰ ਦੱਸੇ ਹੋਏ ਆ ਗੁਰਬਾਣੀ ਦੇ ਵਿੱਚ ਕਲ ਯੁਗ ਦਾ ਜ਼ਿਕਰ ਕਰਕੇ ਮਹਾਰਾਜ ਨੇ ਬਹੁਤ ਦੱਸਿਆ ਹੋਇਆ ਕਿ ਗਾਂ ਦਾ ਸਮਾਂ ਕਿਹੋ ਜਿਹਾ ਹੈ ਜੋ ਭਵਿੱਖ ਬਾਣੀ ਆ ਗੁਰਬਾਣੀ ਦੇ ਵਿੱਚ ਦਰਜ ਕੀਤੀ ਹੋਈ Kal Yuga as it's known as the Yug of Kala. Kala actually means power. Just to translate in English, Kalada Yoga means basically a time where Vigyanis, scientists, Samaj, the society can harness the power that's within this universe and use it for its technological advancement, for the advancement of technology and art. And that takes place within this Kal Yuga. Now, Bhagat Kabir ji in Gurbani mentions that there will be things that seem impossible to the human now, but is very possible and is going to happen in Kal Yuga, in this dark age. Bhagat Kabir ji looked into the future. But with the advancement of technology, ਜਿਉਂ-ਜਿਉਂ ਸਮਾਜ ਦਾ ਤਰੱਕੀ ਕਰਦਾ ਜਾਂਦਾ ਆ ਕਲਾ ਦਾ ਇਸਤੇਮਾਲ ਕਰਦਾ ਆ ਜੋ ਪਾਵਰ ਮਹਾਰਾਜ ਨੇ ਇੱਥੇ ਇਸ ਮਾਇਆ ਦੇ ਦੇਸ਼ ਦੇ ਵਿੱਚ ਰਚੀ ਹੋਈ ਆ ਉਹ ਟੈਕਨੋਲੋਜੀ ਵੱਧਦੀ ਜਾਂਦੀ ਹੈ ਵਿਗਿਆਨ ਤਰੱਕੀ ਕਰਦਾ ਜਾਂਦਾ ਆ ਪਰ ਮਨ ਦੀ ਜਿਹੜੀ ਦਸ਼ਾ ਆ ਉਹ ਹੋਰ ਨੀਵੀਂ ਹੁੰਦੀ ਜਾਂਦੀ ਹੈ ਭਗਤ ਕਬੀਰ ਜੀ ਨੇ ਫਿਰ ਸਾਨੂੰ ਇਹਦਾ ਕਲ ਯੁਗ ਦਾ ਸਮਾਂ ਦੱਸਿਆ ਕਿਹੋ ਜਿਹਾ ਆ ਇਹ ਆਪ ਵੀ ਹੁਣ ਧਿਆਨ ਨਾਲ ਸੁਣਿਓ ਭਗਤ ਕਬੀਰ ਜੀ ਫਰਮਾਉਂਦੇ ਨੇ ਜੋਏ ਖਸਮ ਹੈ ਜਾਇਆ ਪੂਤ ਬਾਪ ਖਿਲਾਇਆ that the wife, the mother, gives birth to her husband in Kal Yuga. Keep listening carefully. Joye khasam hai jaya, poot baap khilaya.
And this son that's been given birth to plays with the father. Bhakt Kabir ji is mentioning the giravut, the declination, the degradation of our minds. ਕਿਵੇਂ ਮਨ ਦੇ ਵਿੱਚ ਗਿਰਾਵਟ ਆਉਂਦੀ ਹੈ ਕਲਯੁਗ ਦੇ ਵਿੱਚ, ਸੁਣੀ ਜਾਓ। ਜੋ ਇਹ ਖਸਮ ਹੈ ਜਾਇਆ, ਜਿਹੜੀ ਮਾਤਾ ਆ ਉਹਨੇ ਆਪਣੇ ਖਸਮ ਨੂੰ ਜਨਮ ਦਿੱਤਾ ਕਲਯੁਗ ਦੇ ਵਿੱਚ। ਪੂਤ ਬਾਪ ਖਿਲਾਇਆ, ਜਿਹੜਾ ਪੁੱਤਰ ਆ ਉਹ ਆਪਣੇ ਪਿਤਾ ਨੂੰ ਖਿਲਾਉਂਦਾ ਹੈ ਕਲਯੁਗ ਦੇ ਵਿੱਚ। ਬਿਨ ਸਰਵਣਾ ਖੀਰ ਪਿਲਾਇਆ, ਦੇਖੋ ਲੋਗਾ ਕਲ ਕਾ ਭਾਉ, ਸੁਤ ਮਕਲਾਈ ਆਪਣੀ ਮਾਉ। Bhakt Kabir ji says that this is a time in Kal Yuga when this is going to happen, where a mother can nurse the baby without using her own milk and can still give milk to the baby. ਆਪਣਾ ਦੁੱਧ ਦਾ ਇਸਤੇਮਾਲ ਕਰਨ ਤੋਂ ਬਗੈਰ ਵੀ ਮਾਤਾ ਆਪਣੇ ਬੱਚੇ ਨੂੰ ਕਲਯੁਗ ਦੇ ਵਿੱਚ ਦੁੱਧ ਦੇ ਸਕਦੀ ਹੈ। ਹੁਣ ਆਪ ਸੋਚੀ ਜਾਣਾ, ਵਿਚਾਰੀ ਜਾਣਾ ਕਿ ਇਦਾਂ ਹੁੰਦਾ ਹੈ ਕਿ ਨਹੀਂ, ਕਲਯੁਗ ਦੇ ਵਿੱਚ ਹੋ ਜਾਂਦਾ ਇਦਾਂ। ਟੈਕਨੋਲੋਜੀ ਦੀ ਐਡਵਾਂਸਮੈਂਟ ਹੁੰਦੀ ਹੈ, ਪਰ ਫਿਰ ਨਾਲ ਦੱਸ ਰਿਹਾ ਆ, ਦੇਖੋ ਲੋਗਾ ਕਲ ਕਾ ਭਾਵ, ਕਿ ਜਿਹੜਾ ਪਿਆਰ ਆ ਕਿਹੋ ਜਿਹਾ ਕਲਯੁਗ ਦੇ ਵਿੱਚ। ਸੁਤ ਮਕਲਾਈ ਆਪਣੀ ਮਾਂ, that the love in Kal Yuga is such that there's no boundaries anymore. There's no maryada anymore. ਸਾਫ਼ ਭਗਤ ਕਬੀਰ ਜੀ ਨੇ ਦੱਸਿਆ ਹੋਇਆ ਕਿ ਕਲਯੁਗ ਦੇ ਵਿੱਚ ਮਰਿਆਦਾ ਨਹੀਂ ਕੋਈ ਰਹਿਣੀ। ਉਹ ਬੱਚੇ ਨੇ ਆਪਣੀ ਮਾਤਾ ਨਾਲ ਹੀ ਵਿਆਹ ਕਰ ਲਿਆ ਕਲਯੁਗ ਦੇ ਵਿੱਚ। ਇਹੋ ਜਿਹਾ ਭਗਤ ਕਬੀਰ ਜੀ ਦੱਸ ਰਿਹਾ ਭਵਿੱਖ ਕਲਯੁਗ ਦਾ ਸਮਾਂ ਕਿਹੋ ਜਿਹਾ ਭਿਆਨਕ ਆ, ਜਿੱਥੇ ਮਹਾਰਾਜ ਕਹਿੰਦੇ ਅੰਨ ਲਵਾਓ ਭਰਮ ਭੁਲਾਈ, ਕਿ ਕੋਈ ਰਿਸ਼ਤੇ ਨਾਤੇ ਨਹੀਂ ਇੱਦਾਂ ਦੇ ਰਹਿਣੇ ਜਿੱਦਾਂ ਹੁਣ ਸਾਨੂੰ ਦਿਸਦੇ ਆ ਦੁਨੀਆ ਦੇ ਵਿੱਚ। ਇੰਨੀ ਗਿਰਾਵਟ ਆ ਜਾਣੀ ਹੈ ਮਨ ਵਿੱਚ, ਪਰ ਟੈਕਨੋਲੋਜੀ ਜਿਹੜੀ ਉਹ ਵਧੀ ਜਾਣੀ ਹੈ। ਉਹਦਾ ਜ਼ਿਕਰ ਕਰਦੇ ਹੋਏ ਕਹਿੰਦੇ ਆ, ਭਗਾ ਬਿਨ ਹੁਰੀਆ ਮਾਰਤਾ, ਬਦਨੇ ਬਿਨ ਖਿਰ ਖਿਰ ਹਾਸਤਾ। That in Kal Yuga, technology is such that without feet, a person can make huge jumps into the air. They can run in long distances. ਕੀ ਕਹਿਣਗੇ ਕਿ ਇਦਾਂ ਕਿਦਾਂ ਹੋ ਸਕਦਾ ਆ? ਇਹ ਹੋ ਰਿਹਾ ਯਾਰ, ਇਹ ਟੈਕਨੋਲੋਜੀ ਹੈ। ਜਿਨ੍ਹਾਂ ਦੇ ਪੈਰ ਨਹੀਂ, ਉਹਨਾਂ ਨੂੰ ਬਲੇਡ ਪਹਿਨਾ ਦਿੰਦੇ ਆ ਥੱਲੇ ਨੀਚੇ, ਤੇ ਅਗਲਾ ਵੱਡੀਆਂ ਵੱਡੀਆਂ ਛਾਲਾਂ ਮਾਰ ਲੈਂਦਾ ਹੈ ਤੇ ਰਨਿੰਗ ਵੀ ਕਰ ਲੈਂਦਾ। 올림픽ਸ ਦੇ ਵਿੱਚ ਵੀ ਹੋਇਆ। ਇਹ ਕਲਯੁਗ ਦਾ ਸਮਾਂ ਆ। ਬਦਨੇ ਬਿਨ ਖਿਰ ਖਿਰ ਹਾਸਤਾ, ਬਿਨਾਂ ਮੂੰਹ ਤੋਂ ਖਿੜ ਖਿੜ ਕੇ ਜੀਵ ਹੱਸਦਾ ਆ। ਬਿਨਾਂ ਮੁਖ ਤੋਂ ਖਿੜ ਖਿੜ ਕੇ ਹੱਸਦਾ ਆ। So just in English, Bhakt Kabir ji tells us technology in Kal Yuga is such that without feet a person can jump high and run long distances, and we've seen Blade Runners now. Bhakt Kabir ji also says that without using the mouth a person is giggling away. Where do we see that? Hint, LOL. We text each other, we send emoticons, and we giggle away with each other. We don't use our mouth. Bhakt Kabir ji saw that before it came into this world. At their time, they saw Kal Yuga, ਕਿ ਕਿਹੋ ਜਿਹਾ ਕਲ ਯੁਗ ਹੋਣਾ ਹੈ, ਕਿ ਬਿਨਾਂ ਮੁਖ ਦਾ ਇਸਤੇਮਾਲ ਕੀਤੇ ਹੋਏ ਬੰਦਾ ਖਿੜ ਖਿੜ ਕੇ ਹੱਸ ਸਕਦਾ ਹੈ। ਅਸੀਂ ਕਰਦੇ ਹਾਂ ਟੈਕਸਟ ਮੈਸੇजेस ਦੇ ਵਿੱਚ। ਫਿਰ ਕਹਿੰਦੇ ਨਿੰਦਰਾ ਬਿਨ ਨਰ ਪੈ ਸੋਵੈ, ਬਿਨ ਬਾਸਨ ਖੀਰ ਬਲੋਵੈ। That without feeling sleepy, a person can fall asleep. ਬਿਨਾਂ ਨੀਂਦ ਆਉਂਦੀ ਹੋਏ ਬੰਦਾ ਫਿਰ ਵੀ ਨੀਂਦ ਨਾਲ ਸੌਂ ਜਾਂਦਾ। ਕਲਯੁਗ ਇਹੋ ਜਿਹਾ ਸਮਾਂ ਹੈ। ਨਿੰਦਰਾ ਬਿਨ ਨਰ ਪੈ ਸੋਵੈ, ਬਿਨ ਬਾਸਨ ਖੀਰ ਬਲੋਵੈ। ਬਾਸਨ ਕਹਿ ਦਿੱਤਾ ਬਰਤਨ ਨੂੰ ਜਿਸ ਦੇ ਵਿੱਚ ਦੁੱਧ ਰਿੜਕਿਆ ਜਾਂਦਾ ਹੈ। ਕਹਿੰਦੇ ਕਿ ਕਲਯੁਗ ਦੇ ਸਮੇਂ ਦੇ ਵਿੱਚ ਬਿਨਾਂ ਬਰਤਨ ਤੋਂ ਦੁੱਧ ਰਿੜਕਿਆ ਜਾ ਸਕਦਾ। ਇਹੋ ਜਿਹਾ ਕਲਯੁਗ ਆ। That without a vessel, milk can be churned. That's how Kal Yuga is technologically advanced.
ਨਿੰਦਰਾ ਬਿਨ ਨਰ ਪੈ ਸੋਵੈ, ਬਿਨ ਬਾਸਨ ਖੀਰ ਬਲੋਵੈ, ਬਿਨ ਅਸਤਨ ਗਊ ਲਾਵੇਰੀ, ਪੈਂਡੇ ਬਿਨ ਬਾਟ ਕਨੇਰੀ. And without udders, the cow can be milked. Technology is so advanced in Kal Yug, without udders a cow can be milked. ਕਿ ਬਿਨਾਂ ਅਸਤਣਾ ਤੋਂ ਜਿਹੜੀ ਗਾਂ ਆ ਉਹ ਫਿਰ ਵੀ ਦੁੱਧ ਦੇ ਸਕਦੀ ਹੈ ਕਲ ਯੁਗ ਦੇ ਵਿੱਚ. ਭਗਤ ਕਬੀਰ ਜੀ ਨੇ ਦੱਸਿਆ ਹੋਇਆ. ਪੈਂਡੇ ਬਿਨ ਬਾਟ ਕਨੇਰੀ, ਕਹਿੰਦੇ ਬਿਨਾਂ ਇੱਦਾਂ ਪੈਦਲ ਜਾਣ ਤੋਂ ਤੁਸੀਂ ਫਿਰ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਬਹੁਤ ਡਿਸਟੈਂਸ ਕਵਰ ਕਰ ਸਕਦੇ ਆ. ਕਲ ਯੁਗ ਦੇ ਵਿੱਚ ਇੱਦਾਂ ਹੁੰਦਾ ਹੈ. ਤੁਸੀਂ ਦੇਖਿਆ ਹੋਊਗਾ ਕਿਤੇ ਨਾ ਕਿਤੇ ਕਿ ਅਸੀਂ ਦੂਰ ਜਾਂਦੇ ਹਾਂ, ਸਾਨੂੰ ਵਾਲਾ ਇੱਦਾਂ ਆਪਣੇ ਸਰੀਰ ਦਾ ਇਸਤੇਮਾਲ ਨਹੀਂ ਕਰਨਾ ਪੈਂਦਾ, ਇੱਕ ਜਗ੍ਹਾ ਖੜ ਜਾਣਾ ਬਸ, ਉਹ ਰੈਂਪ ਨੇ ਲੈ ਜਾਣਾ ਤੁਹਾਨੂੰ. Bhakt Kabir ji says that without walking you can cover great distances in Kal Yug. Pende bin baat kaneri, bin Satgur baat na pai, kaho Kabir samjhai. Then Bhakt Kabir ji says that without the Satguru, without the true Guru, you don't get the true path in life. And that's what Bhakt Kabir ji is making us understand. Bhakt Kabir ji ਸਮਝਾਉਂਦੇ ਆ ਕਿ ਸਤਿਗੁਰੂ ਤੋਂ ਜੇ ਅਸੀਂ ਵੱਖ ਫਿਰਦੇ ਹਾਂ, ਜੇ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੇ, ਸਾਨੂੰ ਅਸਲੀ ਮਾਰਗ ਜਿਹੜਾ ਹੈ ਜੀਵਨ ਦਾ ਉਹ ਪ੍ਰਾਪਤ ਨਹੀਂ ਹੁੰਦਾ. ਇੱਥੇ ਦੋ ਮਾਰਗ ਦੱਸੇ ਹੋਏ ਗੁਰਬਾਣੀ ਦੇ ਵਿੱਚ. ਲਿਵ ਧਾਤ ਦੋਇ ਰਾਹ ਹੈ, ਹੁਕਮੀ ਕਾਰ ਕਮਾਏ. ਲਿਵ ਦਾ ਮਾਰਗ ਹੈ ਪ੍ਰੇਮ ਦਾ ਮਾਰਗ, ਜਿਸ ਦੇ ਵਿੱਚ ਅਸੀਂ ਆਪਣੇ ਮਨ ਨੂੰ ਆਪਣੇ ਘਰ ਵਿੱਚ ਲੈ ਕੇ ਜਾਂਦੇ ਹਾਂ, ਸੁਣ ਵਿੱਚ ਜਾਂਦੇ ਹਾਂ, ਸੱਚੇ ਮਹਿਲ ਵਿੱਚ ਜਾਂਦੇ ਹਾਂ, ਸਤੋ ਗੁਣ ਦੇ ਰਾਹੀਂ, ਜਿੱਥੇ ਅਸੀਂ ਦਇਆ, ਨਿਮਰਤਾ, ਸਹਿਨਸ਼ੀਲਤਾ, ਜਤ, ਸਤ, ਸੰਤੋਖ ਧਾਰਨ ਕਰਦੇ ਹਾਂ. ਪਿਆਰ ਦਾ ਮਾਰਗ, ਭਗਤੀ ਦਾ ਮਾਰਗ. ਦੂਜਾ ਮਾਰਗ ਹੈਗਾ ਧਾਤ ਦਾ, ਜਿੱਥੇ ਕਾਮ, ਕ੍ਰੋਧ, ਲੋਭ, ਹੰਕਾਰ ਦੇ ਅਸੀਂ ਸੰਗਤ ਕਰਦੇ ਹਾਂ, ਇਹ ਮਨ ਤੇ ਹਾਵੀ ਹੁੰਦੇ ਆ ਤੇ ਅਸੀਂ ਸਿਰਫ ਰਜੋਗੁਣ ਤੇ ਤਮੋਗੁਣ ਤੱਕ ਸੀਮਤ ਰਹਿੰਦੇ ਹਾਂ. ਇਹ ਹੈ ਧਾਤ ਦਾ ਰਸਤਾ. ਜਿਸ ਰਾਹ ਤੇ ਚੱਲਦਿਆਂ ਹੋਏ ਅਸੀਂ ਆਪਣੇ ਜੀਵਨ ਦੀ ਜਿਹੜੀ ਇਹ ਪੂੰਜੀ ਦਿੱਤੀ ਹੋਈ ਸਵਾਸਾਂ ਦੀ, ਇਹਨੂੰ ਅਸੀਂ ਖਤਮ ਕਰ ਲੈਂਦੇ, ਖਰਚ ਦਿੰਦੇ ਹਾਂ, ਇੱਥੇ ਫਜ਼ੂਲ ਚਲਿਆ ਜਾਂਦਾ ਸਾਡਾ ਸਾਰਾ ਧਨ. The true path is the path of love, the path of live, that takes us through Satogun to our home. The path of Tat, where our mind is connected with lust, anger, greed, worldly attachment, and ego, is the path that drains away our swas into the Tragun, and where we spend all our swas on the path of Tat, and we lose our life in this game of life. We lose our life, we waste it away for nothing. Guru Nanak Dev Ji Maharaj, when they came into this world, they saw that kings would hold certain akhade where they would have a person dancing, a lady dancing. And Guru Nanak Dev Ji mentions that in Gurbani. Guru Sahib Sri Guru Nanak Dev Ji Maharaj ne ਦੇਖਿਆ ਕਿ ਜਿਹੜੇ ਰਾਜੇ ਲੋਕ ਆ ਉਹ ਵੇਸਵਾ ਦਾ ਅਖਾੜਾ ਰਚਦੇ ਸਨ, ਜਿੱਥੇ ਵੇਸਵਾ ਨੱਚਦੀ ਸੀਗੀ. ਤੇ ਗੁਰੂ ਸਾਹਿਬ ਨੇ ਦੱਸਿਆ ਕਿ ਕਲ ਯੁੱਗ ਦੇ ਵਿੱਚ ਇੱਕ ਘਰ ਘਰ ਨਾਚ ਹੋਇਆ ਕਰੂਗਾ. ਤੇ ਉਹ ਕਿਵੇਂ ਉਹ ਐਕਸਪਲੇਨ ਕਰਦੇ ਆ. ਮਹਾਰਾਜ ਫਰਮਾਉਂਦੇ ਨੇ ਗੁਰਬਾਣੀ ਵਿੱਚ, ਜਿਉਂ ਬੇਸਵਾ ਕਾ ਪਰੈ ਅਖਾਰਾ, ਕਾਪਰ ਪੈਰ ਕਰੇ ਸੀ ਗਾਰਾ, ਪੂਰੇ ਤਾਗ ਨਹਾਲੇ ਸਾਸ, ਵਾਕੇ ਗਲੇ ਜਮਕਾ ਹੈ ਫਾਸ. ਮਹਾਰਾਜ ਫਰਮਾਉਂਦੇ ਨੇ ਕਿ ਇੱਦਾਂ ਜਦੋਂ ਇੱਦਾਂ ਵੇਸਵਾ ਨੱਚਦੀ ਸੀ, ਜਿਹੜੇ ਆਲੇ ਦੁਆਲੇ ਵੇਖਣ ਵਾਲੇ ਸਨ ਉਹ ਇੰਨਾ ਉਹਦੇ ਨਾਲ ਮੋਹਿਤ ਹੋ ਜਾਂਦੇ ਸੀ ਦੇਖਣ 'ਚ ਕਿ ਉਹਦੇ ਸਵਾਸ ਗਿਣਨ ਤੱਕ ਜਾਂਦੇ ਸੀ. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਘਰ ਘਰ ਇੱਦਾਂ ਹੋਊਗਾ. Guru Sahib said that as that lady dances and would entice everyone watching, that's how dance is going to happen in every single home in Kal Yug. Technology ਦੇ ਰਾਹੀਂ ਕਿਵੇਂ ਜੋ ਅਸੀਂ ਟੀਵੀ ਦੇਖਦੇ ਆ ਉਹਦੇ ਤੇ ਨਾਚ ਚੱਲਦਾ ਆ, ਹਰ ਘਰ ਦੇ ਵਿੱਚ ਉਹ ਟੈਕਨੋਲੋਜੀ ਦਾ ਜੇ ਇਸਤੇਮਾਲ ਕਰਦੇ ਆ, ਗਲਤ ਪਾਸੇ ਅਸੀਂ ਇਸਤੇਮਾਲ ਕਰੀ ਜਾਂਦੇ ਆ, ਉਹਦੇ ਨਾਲ ਘਰ ਘਰ ਕਲ ਯੁਗ ਦੇ ਵਿੱਚ ਨਾਚ ਹੋਣਾ ਹੈ. ਤੇ ਮਹਾਰਾਜ ਨੇ ਤਾਂ ਜ਼ਿਕਰ ਕੀਤਾ, ਤਾਲ ਮਦੀਰੇ ਘਟ ਕੇ ਕਾਟ, ਦੌਲਤ ਦੁਨੀਆ ਵਾਜੇ ਵਾਜ, ਨਾਰਦ ਨਾਚੇ ਕਲ ਕਾ ਪਾਓ, ਜਤੀ ਸਤੀ ਕਹਿ ਰਾਖੇ ਪਾਓ. That in every home that dance will take place and people will watch. ਹੁਣ
ਅਸੀਂ ਦੇਖਦੇ ਹਾਂ ਕਿ ਸੰਸਾਰ ਵਿੱਚ ਹਰੇਕ ਨੇ ਆਪਣੇ ਘਰ 'ਚ ਟੀਵੀ ਲਾਇਆ ਹੁੰਦਾ ਹੈ। ਉਹ ਟੈਕਨੋਲੋਜੀ ਦੇ ਇਸਤੇਮਾਲ ਕਰਕੇ ਜਦੋਂ ਇਹਦਾ ਗਲਤ ਪਾਸੇ ਟੈਕਨੋਲੋਜੀ ਦੇ ਇਸਤੇਮਾਲ ਅਸੀਂ ਕਰਦੇ ਹਾਂ ਤੇ ਅਸੀਂ ਇਦਾਂ ਦੇ ਨਾਚ ਦੇਖਦੇ ਹਾਂ, ਤੇ ਜਿਹੜਾ ਮਨ ਉਹ ਵੇਖਦਾ ਆ, ਉਹ ਮਨ ਨਾਰਦ ਦੀ ਨਿਆਈ, ਉਹ ਇੱਕ ਜਗ੍ਹਾ ਟਿਕ ਕੇ ਬੈਠ ਨਹੀਂ ਸਕਦਾ ਦੁਬਾਰਾ। ਫਿਰ ਜਿਵੇਂ ਉਹ ਨਾਚ ਚੱਲਦਾ, ਇਦਾਂ ਹੀ ਮਨ ਸਾਡਾ ਨੱਚਣ ਲੱਗ ਪੈਂਦਾ ਤਰਲੋਕੀ ਦੇ ਵਿੱਚ। ਨਾਰਦ ਮੁਨੀ ਬ੍ਰਹਮਾ ਦੇ ਲੜਕੇ ਸਨ, ਜੋ ਇੱਕ ਜਗ੍ਹਾ ਟਿਕ ਕੇ ਬਹਿੰਦੇ ਨਹੀਂ ਸੀ। ਕਦੇ ਉਹਨੇ ਕਿਤੇ ਪਾਸੇ ਤਰਲੋਕੀ ਦੇ ਵਿੱਚ ਜਾਣਾ, ਕਦੇ ਕਿਤੇ ਨਿੰਦਿਆ ਚੁਗਲੀ ਕਰ ਲੈਣੀ ਜਾਂ ਸੁਣ ਲੈਣੀ, ਜਾਂ ਕਿਤੇ ਜਾ ਕੇ ਉਹਨਾਂ ਨੇ ਇੱਦਾਂ ਕਰ ਲੈਣੀ ਜਾਂ ਨਿੰਦਿਆ ਚੁਗਲੀ ਸੁਣ ਲੈਣੀ। ਇੱਦਾਂ ਹੀ ਸਾਡਾ ਮਨ ਆ। ਕਲਯੁਗ ਦੇ ਵਿੱਚ ਜਿਉਂ-ਜਿਉਂ ਅਸੀਂ ਇਹ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਹਾਂ ਗਲਤ ਪਾਸੇ, ਸਾਡਾ ਮਨ ਦਾ ਜਿਹੜਾ ਟਿਕਾਓ ਹੈ ਉਹ ਖਰਾਬ ਹੁੰਦਾ ਜਾਂਦਾ ਹੈ। Our mind turns into the same way Narad would walk around this world and would not sit still. He was the son of Brahma. That's what happens with our mind. Our mind cannot sit still using this technology. Scientifically ਵੀ ਤੁਸੀਂ ਹੁਣ ਦੇਖ ਲਓ, ਵਿਗਿਆਨਕ ਤੌਰ ਤੇ, ਕਿ ਜੋ ਸਾਡੀ ਫੋਕਸ ਦੀ ਲੈਵਲ ਆ, ਸਾਡਾ ਅਟੈਂਸ਼ਨ ਸਪੈਨ ਆ, ਉਹ ਹੌਲੀ ਹੌਲੀ ਘਟਦਾ ਜਾ ਰਿਹਾ ਹੈ। ਬੱਚੇ ਜਿਹੜੇ ਆ ਉਹਨਾਂ ਨੂੰ ਬਿਮਾਰੀਆਂ ਵੀ ਆ ਰਹੀਆਂ ਆ ਕਿ ਉਹਨਾਂ ਦੀ ਅਟੈਂਸ਼ਨ ਸਪੈਨ ਇੰਨੀ ਥੋੜੀ ਹੁੰਦੀ ਆ ਕਿ ਸਕੂਲ ਦੇ ਵਿੱਚ ਜਦੋਂ ਪੜ੍ਹਾਈ ਕਰਨ ਜਾਂਦੇ ਆ ਉਹਨਾਂ ਦਾ ਮਨ ਨਹੀਂ ਟਿਕਦਾ, ਤੇ ਕਈਆਂ ਨੂੰ ਫਿਰ ADD ਜੋ ਅਟੈਂਸ਼ਨ ਡੈਫਿਸਿਟ ਡਿਸਆਰਡਰ ਆ, ਇਹੋ ਜਿਹਾ ਬਿਮਾਰੀ ਡਾਕਟਰ ਦੱਸ ਦਿੰਦੇ ਆ ਕਿ ਇਹਨੂੰ ਹੈਲਪ ਚਾਹੀਦੀ ਹੈ। ਤੇ ਇਹ ਜਿਹੜੀ ਟੈਕਨੋਲੋਜੀ ਆ ਜਿਹੜੀ ਅਸੀਂ ਇਸਤੇਮਾਲ ਕਰ ਰਹੇ ਆ, ਇਹ ਅਸੀਂ ਆਪ ਆਪਣੇ ਜਿਹੜੇ ਗਾਂ ਦੀ ਜਨਰੇਸ਼ਨਸ ਆ ਉਹਨਾਂ ਨੂੰ ਲਾਗੂ ਕਰ ਰਹੇ ਹਾਂ ਕਿ ਇਹਨੂੰ ਵਰਤੋ। ਇੱਥੇ ਤੱਕ ਕਿ ਬੱਚੇ ਨੇ ਜੇ ਪ੍ਰਸ਼ਾਦਾ ਵੀ ਛਕਣਾ ਹੁੰਦਾ, ਮਾਂ ਜਿਹੜੀ ਆ ਉਹ ਸੌਖਾ ਸਮਝਦੀ ਆ ਕਿ ਮੈਨੂੰ ਵਾਲੇ ਦੀ ਦੇਖਭਾਲ ਨਹੀਂ ਕਰਨੀ ਪਵੇ, ਮੂਹਰੇ ਰੱਖ ਦਿੰਦੇ ਆਈਪੈਡ ਜਾਂ ਕੋਈ ਵੀ ਫੋਨ ਰੱਖ ਦਿੰਦੇ ਕਿ ਤੂੰ ਪੁੱਤਾ ਦੇਖੀ ਜਾ ਨਾਲੇ ਖਾਈ ਜਾ। ਨਾ ਬੱਚੇ ਨੂੰ ਪਤਾ ਲੱਗਦਾ ਮੈਂ ਖਾ ਕੀ ਰਿਹਾ ਹਾਂ, ਨਾ ਕੁਛ, ਉਹਦਾ ਧਿਆਨ ਪੂਰੀ ਤਰ੍ਹਾਂ ਉੱਥੇ ਫੋਕਸ ਹੁੰਦਾ। ਫਿਰ ਬਾਅਦ 'ਚ ਜਦੋਂ ਬੱਚਾ ਉਹ ਤੋਂ ਉਤਰਦਾ ਆ, ਉਹਦਾ ਮਨ ਤਾਂ ਟਿਕਦਾ ਨਹੀਂ, ਉਹਨੂੰ ਇੰਨੀ ਕੌਨਸਨਟ੍ਰੇਸ਼ਨ ਲਈ ਉਹਨੂੰ ਖਿੱਚ ਚਾਹੀਦੀ ਹੈ ਹਰੇਕ ਗਿਆਨ ਇੰਦਰੀ, ਅੱਖਾਂ ਦੁਆਰਾ ਕੁਝ ਦੇਖ ਕੇ, ਕੰਨਾਂ ਦੁਆਰਾ ਸੁਣੇ, ਉਹ ਉਂਝ ਟਿਕਦਾ ਨਹੀਂ ਉਹਦਾ ਮਨ। That's why, like, when we use all this technology for our further generations, we think it's easy for ourselves, instead of getting them to focus on eating what they're eating, we get them to focus on their iPads and whatnot. And they're so busy watching TV, cartoons and whatnot, that they don't even know what they're eating sometimes. And then those same kids have issues, having focus issues, having to sit still, and then we say, where did we go wrong? Guru Sahib ne ਤਾਂ ਗੁਰਬਾਣੀ ਵਿੱਚ ਸਭ ਦੱਸਿਆ ਹੋਇਆ ਹੈ ਕਿ ਇਹੋ ਜਿਹਾ ਕਲਯੁਗ ਦਾ ਸਮਾਂ ਹੈ। ਮਹਾਰਾਜ ਕਹਿੰਦੇ ਨਾਨਕ ਨਾਮ ਵਟੋਂ ਕੁਰਬਾਨ, ਅੰਧੀ ਦੁਨੀਆ ਸਾਹਿਬ ਜਾਣ। ਮਹਾਰਾਜ ਕਹਿੰਦੇ ਅਸੀਂ ਨਾਮ ਤੋਂ ਕੁਰਬਾਨ ਜਾਂਦੇ ਹਾਂ। We go ਬਲਿਹਾਰ, sacrifice ourselves for ਨਾਮ। ਅੰਧੀ ਦੁਨੀਆ ਸਾਹਿਬ ਜਾਣ, that the blind world recognize the Lord, recognize the Master। ਰਹਾਓ। ਫਿਰ ਕਲਯੁਗ ਦੇ ਵਿੱਚ ਕੀ ਹੋਊਗਾ? ਗੁਰੂ ਪਾਸੋਂ ਫਿਰ ਚੇਲਾ ਖਾਏ, ਤਾਂ ਮੈਂ ਪ੍ਰੀਤ ਵਸੈ ਘਰ ਆਏ। That in Kaljug, this dark age, those who have a guru, like we have Sahib Sri Granth Sahib Ji, the Sikhs of that guru will try to eat from their guru. Where people come to see Maharaj, they take matha, they place money in the golak. Sikhs, the chele of that guru, will be in such a situation where they'll fight over that golak, kyunki aap ਉਹ ਖਾਣ ਲੱਗ ਪਏ। ਇਹੋ ਜਿਹਾ ਕਲਯੁਗ ਦਾ ਸਮਾਂ ਹੋਊਗਾ ਕਿ ਜਿਹੜੇ ਚੇਲੇ ਆ ਉਹ ਗੋਲਕ ਪਿੱਛੇ ਲੜਿਆ ਕਰਨਗੇ, ਕਿਉਂਕਿ ਉਹ ਗੋਲਕ ਦਾ ਧਨ ਖਾਣ ਲੱਗ ਪਏ। ਗੁਰੂ ਪਾਸੋਂ ਫਿਰ ਚੇਲਾ ਖਾਏ, ਤਾਂ ਮੈਂ ਪ੍ਰੀਤ ਵਸੈ ਘਰ ਆਏ। ਤੇ ਉਹਨਾਂ ਦੇ ਮਨ ਜਿਹੜੇ ਆ ਤਮੋਗੁਣੀ ਹੋਣਗੇ, ਉਹਨਾਂ ਨੇ ਗੁਰੂ ਦੀ ਗੱਲ ਨਹੀਂ ਮੰਨਣੀ। ਸਤੋਗੁਣ ਤੋਂ ਦੂਰ ਰਹਿਣਗੇ, ਤਮੋਗੁਣੀ ਹੋਣਗੇ, ਕਾਮ ਕ੍ਰੋਧ ਲੋਭ ਹੰਕਾਰ ਉਹਨਾਂ ਦੇ ਮਨ ਤੇ ਹਾਵੀ ਹੋਊਗਾ। ਫਿਰ ਕਹਿੰਦੇ ਜੇ ਸੋ ਵਰਿਆਂ ਜੀਵਨ ਖਾਣ, ਖਸਮ ਪਛਾਣੇ ਸੋ ਦਿਨ ਪ੍ਰਵਾਨ। That if a person lives a life of 100 years,
their life is only approved if they meet ਵਾਹਿਗੁਰੂ ਜੀ। ਜੇਕਰ ਅਸੀਂ 100 ਸਾਲ ਦਾ ਅਸੀਂ ਜਨਮ ਗੁਜ਼ਾਰ ਲਈਏ, ਮਹਾਰਾਜ ਕਹਿੰਦੇ ਜੇ 100 ਵਰਿਆਂ ਜੀਵਨ ਖਾਣ, ਖਸਮ ਪਛਾਣੇ ਸੋ ਦਿਨ ਪ੍ਰਵਾਨ, ਕਿ ਜਿਸ ਦਿਨ ਅਸੀਂ ਪ੍ਰਮਾਤਮਾ ਨੂੰ ਪਛਾਣਿਆ ਉਸ ਦਿਨ ਉਹ ਜੀਵਨ ਪ੍ਰਵਾਨ ਹੋਣਾ ਆ, ਨਹੀਂ ਤਾਂ ਨਹੀਂ, ਭਾਵੇਂ 100 ਸਾਲ ਦੀ ਜਨਮ ਅਸੀਂ ਜੀ ਲਈਏ। ਫਿਰ ਕਹਿੰਦੇ ਦਰਸ਼ਨ ਦੇਖਿਆ ਦਿਆ ਨਾ ਹੋਏ, ਲੈ ਦਿੱਤੇ ਵਿਣ ਰਹਿ ਨਾ ਕੋਏ, ਕਿ ਕਲਯੁਗ ਦੇ ਵਿੱਚ ਜਿਹੜੀ ਦਇਆ ਆ, ਜਿਹੜੀ ਹੁੰਦੀ ਆ ਕੰਪੈਸ਼ਨ, ਉਹ ਘਟਦੀ ਜਾਊਗੀ। ਕਿਸੇ ਨੂੰ ਵੇਖ ਕੇ, ਕਿਸੇ ਗਰੀਬ ਨੂੰ, ਕਿਸੇ ਦੇ ਮਨ ਦੇ ਵਿੱਚ ਦਇਆ ਨਹੀਂ ਕਦੇ ਆਉਣੀ। ਦਰਸ਼ਨ ਦੇਖਿਆ ਦਇਆ ਨਾ ਹੋਏ, ਲੈ ਦਿੱਤੇ ਵਿਣ ਰਹਿ ਨਾ ਕੋਏ। No one's going to help each other. What they're going to do is they're going to ask for something in return to help another. ਦਰਸ਼ਨ ਦੇਖਿਆ ਦਇਆ ਨਾ ਹੋਏ, ਲੈ ਦਿੱਤੇ ਵਿਣ ਰਹਿ ਨਾ ਕੋਏ। ਰਾਜਾ ਨਿਆਉ ਕਰੇ ਹੱਥ ਹੋਏ, ਕਹਿ ਖੁਦਾਈ ਨਾ ਮਾਨੇ ਕੋਏ। ਫਿਰ ਮਹਾਰਾਜ ਕਹਿੰਦੇ ਆ ਕਿ ਜਿਹੜਾ ਰਾਜਾ ਹੁੰਦਾ ਆ, like the leaders of the world, the kings of the world, they won't do anyone's work. They won't, even though they might be elected, even though they might be elected by all the people, they won't actually work for the people. They'll only do your work for you if you give them something on their hand, like a bribe, or give them money under the table. Raja nyao kare hath hoye, kahe khudai na mane koi. If you say Vaheguru Ji's name, please do my work, they won't care. They don't care that you uttered the name of the Lord. ਉਹਨਾਂ ਨੇ ਇਹ ਕੇਅਰ ਨਹੀਂ ਕਰਨੀ, ਉਹਨਾਂ ਨੇ ਪਰਵਾਹ ਨਹੀਂ ਕਰਨੀ ਕਿ ਤੁਸੀਂ ਪ੍ਰਮਾਤਮਾ ਦਾ ਵਾਸਤਾ ਪਾ ਰਹੇ ਆ। ਉਹਨਾਂ ਨੇ ਕਹਿਣਾ ਕਿ ਨਹੀਂ, ਸਾਡੇ ਹੱਥ 'ਚ ਕੁਝ ਫੜਾ, ਫਿਰ ਤੇਰਾ ਕੰਮ ਕਰਾਂਗੇ। ਮਹਾਰਾਜ ਕਹਿੰਦੇ ਆ, ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫਰਮਾਨ। ਕਹਿੰਦੇ ਕਿ ਮੂਰਤੀ ਹੋ ਗਈ ਮਾਨਸ ਦੀ, ਮਨੁੱਖਾ ਜਾਮਾ, ਪਰ ਕਰਤੂਤ ਹੋਣੀ ਆ ਕੁੱਤਿਆਂ ਵਰਗੀ। The mind is in this human form physically. The mind is in this physical human form. But its actions will be like a dog. So as society goes on through this time period, you can see that society is getting degraded day by day. ਦੁਨੀਆ ਦੇ ਵਿੱਚ, ਸਮਾਜ ਦੇ ਵਿੱਚ ਤਾਂ ਗਿਰਾਵਟ ਆਉਂਦੀ ਜਾਂਦੀ ਰਹੀ ਆ, ਜਿਉਂ-ਜਿਉਂ ਮਨ ਦੇ ਵਿੱਚ ਤਾਂ ਗਿਰਾਵਟ ਆਉਂਦੀ ਆ। ਸਮਾਜ ਜਿਹੜਾ ਵਿਗੜ ਰਿਹਾ ਹੈ, ਸਮਾਜ ਦੇ ਵਿੱਚ ਜੋ ਕੁਝ ਹੁੰਦਾ ਸੀ ਉਹ ਜਿਹਾ ਗਾਹ ਨਹੀਂ ਰਹਿਣਾ। ਕਲਯੁਗ ਦਾ ਇਹੋ ਜਿਹਾ ਸਮਾਂ ਆ। ਗੁਰਪ੍ਰਸਾਦ ਜਾਣੇ ਮਹਿਮਾਨਤਾ ਕਿਸ ਦਰਗਹਿ ਪਾਵੇ ਮਾਨ, ਕਿ ਗੁਰੂ ਦੀ ਕਿਰਪਾ ਦੁਆਰਾ ਜਿਹੜਾ ਆਪਣੇ ਆਪ ਨੂੰ ਇੱਥੇ ਮਹਿਮਾਨ ਸਮਝਦਾ, ਪ੍ਰਾਹੁਣਾ ਸਮਝਦਾ ਆ, ਉਹਨੂੰ ਦਰਗਾਹ ਦੇ ਵਿੱਚ ਮਾਨਤਾ ਮਿਲੂਗੀ। The person that thinks they are just a guest in this world, they do not think they're here permanently, they will get approval in dargah. They will have that bright face in dargah, and they will have achieved that liberation, achieved salvation. Now, ਜਿੱਥੇ ਮਹਾਰਾਜ ਨੇ ਇੰਝ ਦੱਸਿਆ ਹੋਇਆ ਸਾਨੂੰ ਕਿ ਮਨ ਜਿਹੜਾ ਆ ਇੱਦਾਂ ਬੜੇ ਨੀਵੀਂ ਪੱਧਰ ਤੇ ਚਲੇ ਜਾਂਦਾ ਆ ਕਲਯੁਗ ਦੇ ਵਿੱਚ, ਤੇ ਕਲਯੁਗ ਦੇ ਵਿੱਚ ਟੈਕਨੋਲੋਜੀ ਦਾ ਐਡਵਾਂਸ ਹੁੰਦੀ ਜਾਂਦੀ ਆ। ਕਲਯੁਗ ਦਾ ਬਹੁਤ ਭਿਆਨਕ ਸਮਾਂ ਦੱਸਿਆ ਗਿਆ ਆ। ਉਸੇ ਕਲਯੁਗ ਪ੍ਰਥਾਏ ਉਂਝ ਮਹਾਰਾਜ ਫਿਰ ਦੱਸਦੇ ਆ ਕਿ ਇਸ ਦੇ ਵਿੱਚ ਤੁਹਾਨੂੰ ਪਰਮਾਤਮਾ ਨਾਲ ਮਿਲਾਪ ਕਰਨ ਦਾ ਸਾਰਿਆਂ ਨਾਲੋਂ ਬੈਸਟ ਮੌਕਾ ਆ। This is still the best chance out of the 4 yugs to meet Vaheguru Ji. Maharaj says, Gupta naam vartay vich kaljug, kat kat har parpur rahya, naam ratan tina hirday pargatya, jo gur sarnai bhaj paya. That whoever enters the shelter of Satguru, in their heart within, they will get that naam. And that naam, which is hidden, and its secret wasn't told as freely as it is now in Kaljug through Gurbani. This is the best chance to meet the Lord. Gupta Bani Pargat hoye Nanak Parkh le sach sohe.
that Gupta Bani, that Anahad Bani inside, that will appear within Kal Yuga if we go into Guru Sahib Sharan. ਤਾਂ ਮਹਾਰਾਜ ਕਹਿੰਦੇ ਆ ਕਿ this is the chance, this is the season to seed, to plant ਨਾਮ within. ਮਹਾਰਾਜ ਫਰਮਾਉਂਦੇ ਨੇ ਗੁਰਬਾਣੀ ਵਿੱਚ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨੁਰਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ. That this is not an off season. This is the actual season in which you can plant naam inside and you will get salvation. ਹੁਣ ਉਸ ਨਾਮ ਨੂੰ ਕਿਵੇਂ ਅਸੀਂ ਅੰਤਰਗਤ ਬੀਜਣਾ ਆ, ਆਪਣੇ ਮਨ 'ਚ ਵਸਾਉਣਾ ਆ, ਉਹਦੇ ਲਈ ਜੁਗਤ ਅਪਣਾਉਣੀ ਪੈਂਦੀ ਆ. ਗੁਰਬਾਣੀ ਦੇ ਵਿੱਚ ਸਾਨੂੰ ਜੁਗਤੀਆਂ ਦੱਸੀਆਂ ਹੋਈਆਂ, ਸਾਸ ਗ੍ਰਾਸ ਸਿਮਰਨ, ਸਾਸ ਸਾਸ ਸਿਮਰਨ, ਰੋਮ ਰੋਮ ਸਿਮਰਨ ਦੱਸਿਆ ਹੋਇਆ. ਅਸੀਂ ਕੋਸ਼ਿਸ਼ ਕਰਨੀ ਹੈ ਕਿ ਇਹ ਜਿਹੜੀ ਮਾਇਆ ਆ ਜਿਸ ਦੇ ਵਿੱਚ ਰਹਿ ਕੇ ਸਾਡੇ ਮਨ 'ਤੇ ਇੱਦਾਂ ਬੁਰਾ ਪ੍ਰਭਾਵ ਪੈਂਦਾ ਆ, ਜਿਸ ਦੇ ਵਿੱਚ ਰਹਿ ਕੇ ਸਾਡੇ ਮਨ 'ਤੇ ਮੈਲ ਚੜ੍ਹਦੀ ਜਾਂਦੀ ਆ, our mind gets filthy the more we spend in time in Maya. We have to detract our mind from this Maya and bring it back to this body. ਮਨ ਨੂੰ ਸੰਕੋਚਣਾ ਆ ਮਾਇਆ ਵੱਲੋਂ ਤੇ ਆਪਣੇ ਸਰੀਰ ਵੱਲ ਨੂੰ ਲੈ ਕੇ ਆਉਣਾ ਆ ਪਾਉਣ ਦਾ ਇਸਤੇਮਾਲ ਕਰਕੇ. ਇਹ ਜਿਹੜੀ ਏਅਰ ਅਸੀਂ ਬਰੀਥ ਕਰਦੇ ਹਾਂ, and to focus in that air that we breathe, we use the Guru Mantra to control that breathing. And Maharaj mentions this as doing Sas Gras Simran, that Vaheguru Ji is giving us a burki, a morsel, a garahi of swas. Ape karta kar kar vekhe deda sas graha hai. Ke karta purkh, the creator, is watching all of us. And they're putting that morsel of air within our mouth so that we can breathe. And we're using that breathing to connect with the Guru Mantra. So, Saskras Simran Karn vaste, to make our mind free of thoughts, we use that breathing in such a way that when we breathe in, we're going to say Wahe, and when we breathe out, we say Guru. When you say Wahe, just try to pull your stomach in a little bit and then relax. So, ਅਸੀਂ ਗੁਰਮੰਤਰ ਦਾ ਅਭਿਆਸ ਕਰੀਏ ਥੋੜਾ ਚਿਰ, ਫਿਰ ਸਾਨੂੰ ਜੁਗਤ ਆ ਜਾਏ ਕਿ ਕਿਵੇਂ ਅਸੀਂ ਸਾਸਕਰਾ ਸਿਮਰਨ ਕਰਨਾ ਹੈ ਤੇ ਮਨ ਨੂੰ ਇਸ ਮਾਇਆ ਤੋਂ ਰਹਿਤ ਕਰਨਾ ਹੈ. ਵਾਹਿਗੁਰੂ 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 Guru
ਸਹਿਜੇ ਸਹਿਜੇ ਅੰਤਰ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅਭਿਆਸ ਇਸ ਤਰੀਕੇ ਨਾਲ ਕਰਨਾ ਆ ਕਿ ਜਿਹੜਾ ਮਨ ਆ ਉਹ ਆਵਾਜ਼ ਵਿੱਚ ਧਿਆਨ ਰੱਖੇ। ਮਹਾਰਾਜ ਗੁਰਬਾਣੀ ਵਿੱਚ ਫਰਮਾਉਂਦੇ ਨੇ, ਧੁਨ ਕਹਿ ਦਿੱਤਾ ਆਵਾਜ਼ ਨੂੰ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਕਿ ਗੁਰਮੁਖ ਜਨ ਆਵਾਜ਼ ਵਿੱਚ ਧਿਆਨ ਰੱਖਦੇ ਆ, ਫਿਰ ਧਿਆਨ ਦੀ ਅਵਸਥਾ ਦੇ ਵਿੱਚ ਜਾਂਦੇ ਆ ਤੇ ਉਹਨਾਂ ਨੂੰ ਅਕਥ ਦਾ ਭੇਦ ਮਿਲਦਾ ਆ। ਅਕਥ ਦਾ ਭੇਦ ਹੈ ਕਿਵੇਂ ਅਸੀਂ ਪ੍ਰਮਾਤਮਾ ਤੋਂ ਵਿਛੋੜਾ ਪਾਇਆ, ਕਿਵੇਂ ਅਸੀਂ ਵਿਛੜ ਗਏ ਆਪਣੇ ਮਾਲਕ ਤੋਂ, ਤੇ ਕਿਵੇਂ ਉਹਦੇ ਨਾਲ ਮਿਲਾਪ ਕਰਨਾ। ਉਹ ਧਿਆਨ ਦੀ ਅਵਸਥਾ ਵਿੱਚ ਜਾ ਕੇ ਫਿਰ ਮਿਲਾਪ ਹੁੰਦਾ ਆ। ਹੁਣ ਨਾਮ ਅਸੀਂ ਇੱਕ ਤਾਂ ਜਪਦੇ ਹਾਂ, ਇੱਕ ਕਿਹਾ ਜਾਂਦਾ ਹੈ ਕਿ ਨਾਮ ਨੂੰ ਅੰਦਰੋਂ ਸੁਣਨਾ ਆ, ਨਾਮ ਦੀ ਪ੍ਰਾਪਤੀ ਕਰਨੀ, ਜਿਹਨੂੰ ਮਾਰੇ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਕਿ ਉਹ ਨਾਮ ਨੌ ਨਿਧੀ ਨਾਮ ਜਿਸ ਦੇ ਵਿੱਚੋਂ ਸਾਨੂੰ ਅੰਮ੍ਰਿਤ ਰਸ ਮਿਲਦਾ, ਹਰ ਰਸ ਮਿਲਦਾ, ਬ੍ਰਹਮ ਰਸ ਮਿਲਦਾ, ਉਹ ਸਾਡੇ ਇਸ ਸਰੀਰ ਦੇ ਵਿੱਚ ਆ। ਉਹਦੀ ਖੋਜ ਸਾਨੂੰ ਕਰਨੀ ਪੈਂਦੀ ਆ। ਉਹ ਹੈ ਸ਼ਬਦ ਜਿਸ ਦੁਆਰਾ ਮਹਾਰਾਜ ਨੇ ਇਹ ਸਾਰੇ ਬ੍ਰਹਿਮੰਡ ਦੀ ਰਚਨਾ ਕੀਤੀ, ਜਿਹਨੂੰ ਮਹਾਰਾਜ ਫਰਮਾਉਂਦੇ ਨੇ ਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਕਿ ਪ੍ਰਮਾਤਮਾ ਨੇ ਨਾਮ ਦੇ ਰਾਹੀਂ ਇਹ ਸਭ ਕੁਝ ਪ੍ਰਗਟ ਕੀਤਾ, ਜਿਸ ਨੂੰ ਮਹਾਰਾਜ ਫਰਮਾਉਂਦੇ ਨੇ ਕਿ ਉਤਪਤ ਪਰਲੋ ਸਬਦੇ ਹੋਵੇ, ਸਬਦੇ ਹੀ ਫਿਰ ਉਪਤ ਹੋਵੇ। ਉਸ ਨਾਮ ਨੂੰ ਸ਼ਬਦ ਵੀ ਕਹਿ ਦਿੱਤਾ ਹੈ। ਉਹ ਸ਼ਬਦ ਸਾਰਿਆਂ ਦੇ ਅੰਦਰ ਚੱਲ ਰਿਹਾ ਹੈ। ਮਹਾਰਾਜ ਦੱਸਦੇ ਨੇ ਕਿ ਉਹ ਸ਼ਬਦ ਸਾਡੇ ਭਾਸ਼ਾ ਦੇ ਵਿੱਚ ਨਹੀਂ, ਨਾਮ ਸਾਡੀ ਭਾਸ਼ਾ 'ਚ ਨਹੀਂ, ਜਿਹਨੂੰ ਮਹਾਰਾਜ ਫਰਮਾਉਂਦੇ ਨੇ ਕਿ ਤਿਸ ਰੂਪ ਨ ਰੇਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ। ਕਿ ਉਹ ਨਿਰੰਜਨ ਸ਼ਬਦ ਆ, ਮਾਇਆ ਤੋਂ ਰਹਿਤ ਆ, ਉਹਦਾ ਕੋਈ ਕਿਸਮ ਦਾ ਰੂਪ ਰੰਗ ਰੇਖ ਭੇਖ ਨਹੀਂ, ਉਹ ਸਾਡੀ ਭਾਸ਼ਾ 'ਚ ਹੀ ਨਹੀਂ। ਉਹ ਸ਼ਬਦ ਨੂੰ ਹਾਸਲ ਕਰਨ ਵਾਸਤੇ ਸਾਨੂੰ ਗੁਰਮੰਤਰ ਦਾ ਅਭਿਆਸ ਕਰਨਾ ਪੈਂਦਾ, ਨਾਮ ਮੁਖ ਦੁਆਰਾ ਪ੍ਰਮਾਤਮਾ ਦਾ ਜਪਣਾ ਪੈਂਦਾ, ਜਿਸ ਦੁਆਰਾ ਫਿਰ ਸਾਡਾ ਮਨ ਆਪਣੇ ਘਰ ਵਿੱਚ ਬੈਠਣ ਲੱਗ ਪੈਂਦਾ, ਜਿਸ ਨੂੰ ਕਹਿ ਦਿੱਤਾ ਸੁਨ। ਜਿਹਨੂੰ ਮਹਾਰਾਜ ਫਰਮਾਉਂਦੇ ਨੇ ਕਿ ਸਤਿਗੁਰ ਤੇ ਪਾਏ ਵਿਚਾਰਾ, ਸੁਨ ਸਮਾਦ ਸੱਚੇ ਘਰ ਬਾਰਾ, ਨਾਨਕ ਨਿਰਮਲ ਨਾਦ ਸ਼ਬਦ ਧੁਨ ਸਚ ਰਾਮੇ ਨਾਮ ਸਮਾਇੰਦਾ। ਕਿ ਉਸ ਸੁਨ ਦੇ ਵਿੱਚ ਰਾਮ ਦਾ ਨਾਮ ਚੱਲ ਰਿਹਾ ਆ, ਜਿਸ ਦੇ ਵਿੱਚ ਸਮਾ ਕੇ ਅਸੀਂ ਹਰੀ ਨਾਲ ਮਿਲਾਪ ਕਰਨਾ ਹੈ। ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਾਨੂੰ ਉਸ ਨਾਮ ਦਾ ਭੇਦ ਦਿੱਤਾ ਕਿ ਉਹ ਨਾਮ ਗੁਣਾਂ ਤੋਂ ਉੱਪਰ ਆ। ਇਹ ਜਿਹੜੇ ਗੁਣ ਅਸੀਂ ਗਿਣਦੇ ਹਾਂ ਮਾਇਆ ਦੇ, ਇਸ ਤੋਂ ਉੱਪਰ ਹੈ ਨਾਮ। ਮਹਾਰਾਜ ਕਹਿੰਦੇ ਭਗਤੀ ਚੌਥੇ ਪਦ ਵਿੱਚ ਸ਼ੁਰੂ ਹੁੰਦੀ ਆ, ਜਿਹਨੂੰ ਮਹਾਰਾਜ ਕਹਿੰਦੇ ਆ ਤ੍ਰੈ ਗੁਣ ਮੇਟੇ ਚੌਥਾ ਵਰਤੈ ਇਹਾ ਭਗਤ ਨਿਰਾਰੀ। ਕਿ ਨਿਰਾਲੀ ਭਗਤੀ ਉੱਥੇ ਸ਼ੁਰੂ ਹੁੰਦੀ ਹੈ ਜਿੱਥੇ ਅਸੀਂ ਤ੍ਰੈ ਗੁਣਾਂ ਤੋਂ ਉੱਪਰ ਉੱਠ ਜਾਂਦੇ ਹਾਂ। ਤ੍ਰੈ ਗੁਣ ਜਿਹੜੇ ਆ ਇਹ ਮਾਇਆ ਦੇ ਗੁਣ ਨੇ। ਸੂਖਮ ਮਾਇਆ ਜੋ ਹੈ, ਜਿਸ ਦੇ ਵਿੱਚ ਸਾਡਾ ਮਨ ਕਦੇ ਰਜੋਗੁਣ ਤੇ ਆ ਜਾਂਦਾ, ਆਸ਼ਾ ਬਲਾਸ਼ਾ ਮਨਸਾਵਾਂ ਤੇ ਤ੍ਰਿਸ਼ਨਾਵਾਂ ਦੇ ਵਿੱਚ ਚਲੇ ਜਾਂਦਾ, ਕਦੇ ਤਮੋਗੁਣ ਤੇ ਜਾਂਦਾ, ਜਿੱਥੇ ਕਾਮ ਕ੍ਰੋਧ ਲੋਭ ਅਹੰਕਾਰ ਨਿੰਦਿਆ ਚੁਗਲੀ ਦਵੈਸ਼ ਇਹੋ ਜਿਹੀ ਭਾਵਨਾ ਦੇ ਵਿੱਚ ਆ ਜਾਂਦਾ ਹੈ। ਕਦੇ ਕਦੇ ਫਿਰ ਇਹ ਸਤੋਗੁਣ ਤੇ ਜਾਂਦਾ ਹੈ ਮਨ, ਜਿਹੜਾ ਇਹਦਾ ਅਸਲ ਸ਼ੁੱਧ ਰੂਪ ਆ, ਸਤੋਗੁਣੀ ਸੁਭਾਅ ਇਹਦਾ ਹੈ, ਜਿੱਥੇ ਇਹਦੇ ਵਿੱਚ ਦਇਆ, ਨਿਮਰਤਾ, ਸਹਿਨਸ਼ੀਲਤਾ, ਜਤ ਸਤ ਸੰਤੋਖ ਆ ਜਾਂਦਾ ਹੈ। ਇਹ ਹਰ ਵਕਤ ਉੱਦਾਂ ਇਹਨਾਂ ਤ੍ਰੈ ਗੁਣਾਂ ਦੇ ਵਿੱਚ ਹੀ ਰਹਿੰਦਾ ਹੈ। ਤੇ ਇਹ ਤ੍ਰੈ ਗੁਣ ਇਹਨਾਂ ਨੂੰ ਮਾਇਆ ਕਿਹਾ ਹੋਇਆ, ਜਿਹਨੂੰ ਮਹਾਰਾਜ ਫਰਮਾਉਂਦੇ ਨੇ ਰਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਜਦੋਂ ਮਨ ਨਾਮ ਜਪਦਾ ਆ, ਗੁਰਮੰਤਰ ਦਾ ਅਭਿਆਸ ਕਰਦਾ ਹੈ, ਗੁਰਮੰਤਰ ਨੂੰ ਅਸੀਂ ਦ੍ਰਿੜ ਕਰਦੇ ਹਾਂ, ਸਾਡਾ ਮਨ ਫੁਰਨਿਆਂ ਤੋਂ ਰਹਿਤ ਹੁੰਦਾ ਜਾਂਦਾ ਆ। ਸਤੋਗੁਣ ਰਾਹੀਂ ਲਿਵ ਦਾ ਰਾਹ ਅਖਤਿਆਰ ਕਰਦਾ ਹੋਇਆ ਫਿਰ ਇਹ ਤ੍ਰੈ ਗੁਣਾਂ ਤੋਂ ਬਿਲਕੁਲ ਅਤੀਤ ਹੋ ਜਾਂਦਾ।
ਉੱਥੇ ਜਾ ਕੇ ਫਿਰ ਜਿਹੜੇ ਗੁਰਮੁਖ ਜਨ ਆ ਉਹ ਅੰਤਰਗਤ ਨਾਮ ਨੂੰ ਸਰਵਣ ਕਰਦੇ ਆ। ਹੁਣ ਗੁਰਬਾਣੀ ਦੇ ਵਿੱਚ ਨਾਮ ਦਾ ਬੜਾ ਭੇਦ ਦਿੱਤਾ ਹੋਇਆ ਹੈ ਕਿ ਨਾਮ ਨੂੰ ਹਾਸਲ ਕਰਨ ਲਈ ਅਸੀਂ ਇੱਥੇ ਆਏ ਹਾਂ, ਨਾਮ ਤੋਂ ਬਗੈਰ ਸਾਡਾ ਜੀਵਨ ਵਿਅਰਥ ਆ। ਤੇ ਨਾਮ ਜਦੋਂ ਸਾਨੂੰ ਮਿਲ ਗਿਆ, ਨਾਮ ਦੇ ਵਿੱਚ ਸਮਾ ਗਏ, ਅਸੀਂ ਹਰੀ ਨਾਲ ਮਿਲਾਪ ਕਰ ਲੈਣਾ। ਸੋ ਇਹ ਜਿਹੜੀ ਖੋਜ ਆ ਸਾਡੇ ਲਈ ਅਤ ਜ਼ਰੂਰੀ ਆ। ਮਹਾਰਾਜ ਕਹਿੰਦੇ ਆ ਕਿ ਇਹ ਖੋਜ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਉਚਾਰਨ ਕਰਦੇ ਹਾਂ। ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ, ਕਿ ਵੱਡੇ ਭਾਗਾਂ ਵਾਲੇ ਉਹ ਨੇ ਜੋ ਰਾਮ ਦਾ ਨਾਮ ਲੈ ਕੇ ਅੰਤਰਗਤ ਦਾ ਖੋਜ ਕਰਦੇ ਆ, ਆਪਣੇ ਸਰੀਰ ਦੀ ਕਾਇਆ ਦੀ ਖੋਜ ਕਰ ਰਹੇ ਹੁੰਦੇ ਆ। ਉਹ ਨਾਮ ਨੂੰ ਗੁਰਮੁਖ ਜਨ ਹਾਸਲ ਕਰਦੇ ਆ। ਫਿਰ ਟੈਕਨੋਲੋਜੀ ਦਾ ਲੈ ਲਓ ਕਿ ਜਿਹੜੀ ਟੈਕਨੋਲੋਜੀ ਬਾਹਰ ਅਸੀਂ ਵੇਖਦੇ ਹਾਂ, ਜੋ ਵਿਗਿਆਨ ਤਰੱਕੀ ਕਰਦਾ ਬਾਹਰ, ਸਾਡੇ ਫਾਦਰ ਇਨ ਲਾ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜਿਨ੍ਹਾਂ ਪਾਸੋਂ ਅਸੀਂ ਗੁਰਬਾਣੀ ਦਾ ਗਿਆਨ ਹਾਸਲ ਕੀਤਾ, ਉਹ ਸਾਨੂੰ ਦੱਸਦੇ ਹੁੰਦੇ ਸੀਗੇ ਕਿ ਜਿਹੜਾ ਮਨ ਆ ਇਹ 'ਚ ਬਲ ਬਹੁਤ ਆ, ਇਹ 'ਚ ਪਾਵਰ ਬਹੁਤ ਆ। ਹੁਣ ਜਿਵੇਂ ਸਾਰਿਆਂ ਦੇ ਅੰਦਰ ਨਾਮ ਚੱਲ ਰਿਹਾ ਆ, ਪੁਰਾਣੇ ਸਮੇਂ ਦੇ ਵਿੱਚ ਜਿਹੜੇ ਗੁਰਮੁਖ ਜਨ ਅਭਿਆਸੀ ਸਨ, ਉਹ ਨਾਮ ਨਾਲ ਸੁਰਤੀ ਜੋੜ ਕੇ ਇੱਕ ਦੂਸਰੇ ਨਾਲ ਦੂਰੋਂ ਡਿਸਟੈਂਸ ਕਮਿਊਨੀਕੇਟ ਕਰ ਲੈਂਦੇ ਸੀ, ਇੱਕ ਦੂਸਰੇ ਨਾਲ ਗੱਲਬਾਤ ਕਰ ਲੈਂਦੇ ਸੀ ਨਾਮ ਦੇ ਵਿੱਚ ਧਿਆਨ ਲਾ ਕੇ। ਉਹ ਜਿਹੜਾ ਅਨਹਦ ਸ਼ਬਦ ਹੈ ਜੋ ਸਾਰਿਆਂ ਦੇ ਅੰਦਰ ਚੱਲ ਰਿਹਾ ਹੈ। ਤੇ ਮੇਰੇ ਫਾਦਰ ਇਨ ਲਾ ਸਾਹਿਬ ਪਿਤਾ ਜੀ ਹੁਣੇ ਕਹਿਣਾ ਕਿ ਜਿਹੜੇ ਵਿਗਿਆਨ ਦੇ ਵਿੱਚ ਹੈਗੇ ਆ ਜੀਵ, ਜਿਹੜੇ ਇੱਥੇ ਸਿਰਫ ਦ੍ਰਿਸ਼ਟਮਾਨ ਦੀ ਖੋਜ ਤੱਕ ਸੀਮਤ ਆ, ਉਹ ਜਿਹੜੀ ਕਮਿਊਨੀਕੇਸ਼ਨ ਆ ਅਸੀਂ ਹੁਣ ਕਰਦੇ ਆ ਬਾਹਰ ਸੈੱਲ ਫੋਨ ਤੇ ਜਾਂ ਮੋਬਾਈਲ ਫੋਨ ਇਸਤੇਮਾਲ ਕਰਦੇ ਆ, ਪਰ ਉਹ ਹੈ ਸਾਰੀ ਦਿਮਾਗ ਦੀ ਕਾਢ ਆ। ਜਿਹੜੀ ਇਹ ਟੈਕਨੋਲੋਜੀ ਬਾਹਰ ਆ, ਇਸ ਦੁਆਰਾ ਜਿਹੜਾ ਹੁਣ ਅਸੀਂ ਵਿਚਾਰ ਕੀਤੀ ਸੀ, ਕਲਯੁੱਗ ਦੇ ਵਿੱਚ ਗਿਰਾਵਟ ਆਉਂਦੀ ਜਾਂਦੀ ਹੈ, ਸਮਾਜ ਦੇ ਵਿੱਚ ਗਲਤ ਇਸਤੇਮਾਲ ਹੋ ਰਿਹਾ ਟੈਕਨੋਲੋਜੀ ਦਾ। ਪਰ ਜਿਹੜਾ ਮਨ ਆਪਣੇ ਆਪ ਨਾਮ ਨਾਲ ਜੁੜ ਕੇ ਉਹ ਚੀਜ਼ਾਂ ਕਰ ਲੈਂਦਾ ਆ, ਉਹ ਮਨ ਜਿਹੜਾ ਆ ਉਹ ਸ਼ਕਤੀਸ਼ਾਲੀ ਹੁੰਦਾ ਆ, ਪਾਵਰਫੁਲ ਹੁੰਦਾ ਆ। ਤੇ ਪਿਤਾ ਜੀ ਕਹਿੰਦੇ ਹੁੰਦੇ ਸੀਗੇ ਇੱਦਾਂ ਹੀ, ਫਿਰ ਗੁਰੂ ਸਾਹਿਬ ਨੇ ਕਿਹਾ ਆ ਕਿ ਸੁਣ ਗਲਾ ਆਕਾਸ਼ ਕੀ ਕੀਟਾ ਆਈ ਰੀਸ, ਕਿ ਆਕਾਸ਼ ਤੱਤ ਦੇ ਵਿੱਚ ਜਾ ਕੇ ਇੱਕ ਦੂਸਰੇ ਨਾਲ ਗੁਰਮੁਖ ਗੱਲ ਕਰ ਲੈਂਦੇ। ਤੇ ਆਕਾਸ਼ ਦੀਆਂ ਗੱਲਾਂ ਸੁਣ ਕੇ ਜਿਹੜੇ ਵਿਗਿਆਨੀ ਆ, ਜਿਵੇਂ ਮੌਸਮੀ ਕੀੜੇ ਹੁੰਦੇ ਆ, ਪਿਤਾ ਜੀ ਕਹਿੰਦੇ ਹੁੰਦੇ ਸੀਗੇ ਕਿ ਉਹਨਾਂ ਨੇ ਇੱਕ ਉਡਾਰੀ ਮਾਰਨੀ ਫਿਰ ਉਹਨਾਂ ਦੇ ਖੰਭ ਲਿੱਤ ਜਾਂਦੇ ਆ। ਇਹੋ ਜਿਹਾ ਵਿਗਿਆਨ ਆ। ਵਿਗਿਆਨੀ ਇੱਥੇ ਤਰੱਕੀ ਕਰਦੇ ਆ ਬਾਹਰ, ਇੱਥੇ ਬਾਹਰਲੀ ਖੋਜ ਕਰਕੇ, ਪਰ ਇਹਨਾਂ ਦੀ ਕਿਸੇ ਹੱਦ ਤੱਕ ਸੀਮਤ ਹੁੰਦੀ ਆ। ਮਨ ਜਿਹੜਾ ਆ ਉਹ ਇੰਨਾ ਤਾਕਤਵਰ ਆ ਕਿ ਇਹ ਖੋਜ ਜਿਹੜੀ ਕਰਦਾ ਕਰਦਾ ਆਪ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਆ। ਵਿਗਿਆਨ ਨੇ ਹਮੇਸ਼ਾ ਹੀ ਬਾਹਰੋਂ ਖੋਜ ਕਰਨੀ ਆ, ਉਹਨਾਂ ਨੇ ਤੱਤਾਂ ਦੇ ਵਿੱਚ ਦੀ ਖੋਜ ਕਰਨੀ, ਉਹ ਵੀ ਸੱਚ ਨੂੰ ਲੱਭਣ ਦੀ ਕੋਸ਼ਿਸ਼ ਕਰਦੇ, ਪਰ ਉਹ ਉਲਟ ਰਾਹ ਤੇ ਚੱਲ ਰਿਹਾ ਹੈ। ਮਹਾਰਾਜ ਨੇ ਸਾਨੂੰ ਕਿਹਾ ਹੋਇਆ ਕਿ ਗੁਰਮੁਖ ਹੋਵੇ ਸੋ ਕਾਇਆ ਖੋਜੈ ਹੋਰ ਸਭ ਭਰਮ ਭੁਲਾਏ, ਕਿ ਜਿਹੜੇ ਗੁਰਮੁਖ ਜਾਣੇ ਆ ਉਹ ਆਪਣੇ ਸਰੀਰ ਦੀ ਖੋਜ ਕਰਦੇ ਆ, ਆਪਣੀ ਸੁਰਤੀ ਅੰਤਰਗਤ ਲਿਜਾ ਕੇ। ਇਸ ਤਰੀਕੇ ਦੇ ਨਾਲ ਜਿਹੜੇ ਗੁਰਮੁਖ ਜਨ ਖੋਜ ਕਰਦੇ ਆ, ਉਹ ਖੋਜ ਕਰਦੇ ਕਰਦੇ ਪ੍ਰਮਾਤਮਾ ਦੇ ਨਾਲ ਹੀ ਮਿਲਾਪ ਕਰ ਲੈਂਦੇ ਆ, ਆਪਣੀ ਪਛਾਣ ਕਰ ਲੈਂਦੇ ਆ। ਜਿਹਨੂੰ ਮਹਾਰਾਜ ਫਰਮਾਉਂਦੇ ਨੇ ਕਿ ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਅਵਿਨਾਸੀ, ਕਿ ਗੁਰਮੁਖਾਂ ਦੇ ਵਿੱਚ ਜਿਉਂ ਜਿਉਂ ਉਹ ਖੋਜ ਕਰਦੇ ਆ, ਉਹ ਤੇ ਪ੍ਰਮਾਤਮਾ ਦੇ ਵਿੱਚ ਉਹਨਾਂ 'ਚ ਫਰਕ ਨਹੀਂ ਰਹਿ ਜਾਂਦਾ। ਤਾਂ ਮਹਾਰਾਜ ਕਹਿੰਦੇ ਹਰ ਹਰ ਜਿੰਦੋਈ ਏਕ ਹੈ, ਬਿਬ ਵਿਚਾਰ ਕਛਨਾਏ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਏ। ਇਹ ਸਾਡਾ ਮਕਸਦ ਹੋਣਾ ਚਾਹੀਦਾ ਕਿ ਅਸੀਂ ਪ੍ਰਮਾਤਮਾ ਦੇ ਵਿੱਚ ਇੱਕਮਿਕ ਹੋ ਜਾਈਏ, ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਈਏ, ਕਿ ਮੁੜ ਦੁਬਾਰਾ ਇੱਥੇ ਆਉਣਾ ਨਾ ਪਵੇ। ਤੇ ਇਸੇ ਸਮੇਂ ਦੇ ਵਿੱਚ, ਕਲਯੁੱਗ ਦੇ ਵਿੱਚ, ਅਸੀਂ ਇਹ ਆਨੰਦ ਹਾਸਲ ਕਰ ਸਕਦੇ ਹਾਂ। ਪਿਛਲੇ ਯੁੱਗਾਂ ਦੇ ਵਿੱਚ ਰਿਸ਼ੀ ਮੁਨੀਆਂ ਨੇ ਬੜੇ ਲੰਮੇ ਲੰਮੇ ਸਮੇਂ ਦੀਆਂ ਸਮਾਧੀਆਂ ਲਾਈਆਂ, ਪਰ ਉਹਨਾਂ ਨੂੰ ਉਹ ਗਿਆਨ ਨਹੀਂ ਹੋਇਆ ਜੋ ਇੱਥੇ ਕਲਯੁੱਗ ਦੇ ਵਿੱਚ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਹੁਣ ਬਖਸ਼ ਰਹੇ ਆ। ਕਲਯੁੱਗ ਦੇ ਸਮੇਂ ਦੇ ਵਿੱਚ ਇੱਥੇ ਸਾਰੇ ਜੋ ਮਹਾਰਾਜ ਦੀ ਸ਼ਰਨ ਵਿੱਚ ਆਉਂਦੇ ਆ, ਸਭ ਮੁਕਤ ਹੋ ਸਕਦੇ ਆ, ਸਭ ਅਮਰ ਪਦਵੀ ਪ੍ਰਾਪਤ ਕਰ ਸਕਦੇ ਆ। ਪਿਛਲੇ ਯੁੱਗਾਂ ਦੇ ਵਿੱਚ ਵਿਰਲੇ ਵਿਰਲੇ ਹੁੰਦੇ ਸੀਗੇ ਜਿਹੜੇ ਉਸ ਮੰਜ਼ਿਲ ਤੇ ਪਹੁੰਚਦੇ ਸਨ। ਸੋ ਇਹ ਸਾਸਗਰਾ ਸਿਮਰਨ ਕਰਨ ਦੇ ਕਰਦੇ ਫਿਰ ਅਸੀਂ ਕੋਸ਼ਿਸ਼ ਇਹ ਕਰਨੀ ਹੈ ਬੈਖਰੀ ਬਾਣੀ ਦੇ ਵਿੱਚ, ਮਧਮਾ ਬਾਣੀ ਦੇ ਵਿੱਚ ਉਚਾਰਨ ਕਰਦੇ ਕਰਦੇ ਫਿਰ ਬਸੰਤੀ ਬਾਣੀ ਤੱਕ ਪਹੁੰਚ ਜਾਣਾ, ਜਿੱਥੇ ਸਿਰਫ ਸੁਰਤੀ ਦੁਆਰਾ ਅਭਿਆਸ ਕਰਨਾ।
ਤੇ ਵਸਣ ਦੀ ਇਹੀ ਨਿਸ਼ਾਨੀ ਹੈ ਕਿ ਮਨ 'ਚ ਗੁਰਮੰਤਰ ਵਸ ਗਿਆ ਕਿ ਵਾਰ-ਵਾਰ ਆਪਣੇ ਆਪ ਚੱਲੀ ਜਾਏ। ਆਪਣੇ ਆਪ ਅਸੀਂ ਮਾੜਾ ਜਿਹਾ ਵੀ ਜੇ ਮਾਮੂਲੀ ਧਿਆਨ ਲਾਉਣਾ ਪਾਉਣ ਦੇ ਵਿੱਚ ਲਾਇਆ ਤੇ ਗੁਰਮੰਤਰ ਆਪਣੇ ਆਪ ਚੱਲੇ, ਵਾਲੀ ਮਿਹਨਤ ਵੀ ਨਹੀਂ ਕਰਨੀ ਪੈਂਦੀ। ਫਿਰ ਇਸ ਤਰੀਕੇ ਨਾਲ ਅਸੀਂ ਅਭਿਆਸ ਕਰਨਾ। ਉਸ ਮੰਜ਼ਿਲ ਨੂੰ ਹਾਸਲ ਕਰਨ ਲਈ ਸਾਨੂੰ ਪਹਿਲਾਂ ਇਹ ਮਿਹਨਤ ਕਰਨੀ ਪੈਂਦੀ ਹੈ ਕਿ ਆਪਣੇ ਆਪ ਨੂੰ ਦ੍ਰਿੜ ਕਰਾਈਏ ਇਸ ਗੁਰਮੰਤਰ। ਸੋ ਹਾਂਜੀ, ਸੋ ਇੱਕ ਵਾਰੀ ਫਿਰ ਅਸੀਂ ਇਸ ਗੁਰਮੰਤਰ ਨੂੰ ਦ੍ਰਿੜ ਕਰੀਏ ਬੜੇ ਸਹਿਜ ਦੇ ਨਾਲ। ਵਾਹਿਗੁਰੂ 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 ਸਹਿਜ ਸਜਾਂਤਰਿਕ ਪਠੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਤਰੀਕੇ ਦੇ ਨਾਲ ਇੱਦਾਂ ਅਭਿਆਸ ਕਰਦੇ ਕਰਦੇ ਕੋਸ਼ਿਸ਼ ਇਹੀ ਕਰਨੀ ਹੈ ਕਿ ਆਵਾਜ਼ ਵਿੱਚ ਧਿਆਨ ਰੱਖਣਾ ਕਿ ਸਾਡਾ ਮਨ ਬਿਲਕੁਲ ਫੁਰਨਿਆਂ ਤੋਂ ਰਹਿਤ ਹੋ ਜਾਏ। ਤੇ ਇੱਦਾਂ ਮਧਮਾ ਬਾਣੀ ਵਿੱਚ ਵੀ ਅਭਿਆਸ ਕਰਨਾ, ਫਿਰ ਪਸੰਤੀ ਬਾਣੀ ਦੇ ਵਿੱਚ ਜਿੱਥੇ ਸਿਰਫ ਸੁਰਤੀ ਦੁਆਰਾ ਅਭਿਆਸ ਕਰ ਰਹੇ ਹਾਂ। ਜਦੋਂ ਇੱਦਾਂ ਅਭਿਆਸ ਕਰਦੇ ਹਾਂ ਕੋਸ਼ਿਸ਼ ਕਰਿਆ ਕਰੋ ਕਿ ਉਂਝ ਇੱਦਾਂ ਅੱਖਾਂ ਬੰਦ ਕਰਕੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਸੰਕੋਚ ਲੈਣਾ, ਬਾਹਰ ਵੇਖਣ, ਕਿਉਂਕਿ ਫਿਰ ਨਹੀਂ ਤਾਂ ਫੁਰਨੇ ਪੂਰੀ ਤਰ੍ਹਾਂ ਰੁਕਦੇ ਨਹੀਂ ਹੁੰਦੇ। ਸੋ ਆਪਣੇ ਆਪ ਨੂੰ ਇੱਦਾਂ ਸੈਂਟਰ ਕਰ ਲੈਣਾ ਆਪਣੇ ਇਸ ਸਵਾਸਾਂ ਦੇ ਨਾਲ। ਸੋ ਜੇ ਅੱਜ ਬੋਲਦਿਆਂ ਹੋਇਆਂ ਦਾਸ ਪਾਸੋਂ ਕੋਈ ਵੀ ਗਲਤੀ ਹੋ ਗਈ ਹੋਵੇ, ਗੁਰੂ ਸਾਹਿਬ ਤੇ ਗੁਰੂ ਰੂਪ ਸੰਗਤ ਬਖਸ਼ਣਹਾਰ ਨੇ ਮੈਨੂੰ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਾਧ ਸੰਗਤ ਜੀਓ, ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਤੋਂ ਜੋ ਗੁਰਮਤਿ ਵਿਚਾਰਾਂ ਬੜੇ ਪ੍ਰੇਮ ਸਹਿਤ ਸ਼ਰਵਣ ਕੀਤੀਆਂ ਹਨ। ਸਤਿਗੁਰੂ ਜੀ ਰਹਿਮਤ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਾਡੇ ਹਿਰਦੇ ਵਸੈ ਅਤੇ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਪੌਜਲ ਫੇਰਾ। ਇਹ ਮਨੁੱਖਾ ਜਨਮ ਸ਼ਬਦ ਸੁਰ ਦੇ ਅਭਿਆਸ ਨਾਲ ਸਫਲ ਕਰ ਸਕੀਏ। ਸੋ ਆਪਣੇ ਕੋਲ ਪ੍ਰੋਫੈਸਰ ਅਵਤਾਰ ਸਿੰਘ ਜੀ ਵਿਰਦੀ ਜੋ ਸੋਸ਼ਲ ਵਰਕ ਕਰ ਰਹੇ ਨੇ ਕੈਂਸਰ ਦੇ ਮਰੀਜ਼ਾਂ ਵਾਸਤੇ, ਉਹ ਆਪ ਸੰਗਤ ਦੇ 5 ਮਿੰਟ ਵਾਸਤੇ ਦਰਸ਼ਨ ਕਰਨਾ ਚਾਹੁੰਦੇ ਨੇ।